प्रे द लॉर्ड जी सारे ਨੂੰ ਜੈ ਮਸੀਹ ਕੀ ਖੁਦਾ ਦਾ ਸ਼ੁਕਰ ਕਰਦੇ ਹਾਂ ਅੱਜ ਦੇ 6 ਸਮੇਂ ਦੇ ਲਈ। ਪਰ ਮਾਫੀ ਚਾਹੁੰਦਾ 3-4 ਮਿੰਟ ਲੇਟ ਹੋ ਗਏ, ਥੋੜੀ ਸੈਟਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀ। ਜੈਸਾ ਕਿ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਹਰ ਰੋਜ਼ ਨਿਊਯਾਰਕ ਦੇ ਟਾਈਮ ਦੇ ਮੁਤਾਬਕ 9:30 ਵਜੇ ਔਰ ਇੰਡੀਆ ਦੇ ਟਾਈਮ ਦੇ ਮੁਤਾਬਕ ਸਵੇਰ 8 ਵਜੇ ਅਸੀਂ ਪ੍ਰਭੂ ਦੇ ਵਚਨ ਨੂੰ ਸਿੱਖਣ ਦੇ ਲਈ ਸਾਰੇ ਲੋਕ ਇਸੇ ਤਰ੍ਹਾਂ ਆਨਲਾਈਨ ਇਕੱਠੇ ਹੁੰਦੇ ਆ। ਸੋ ਖੁਦਾ ਦਾ ਸ਼ੁਕਰ ਕਰਦੇ ਆ, ਉਹਨੇ ਅੱਜ ਇੱਕ ਸ਼ਾਮ ਹੋਰ ਸਾਡੇ ਜੀਵਨ ਦੇ ਵਿੱਚ ਦਿੱਤੀ ਕਿ ਅਸੀਂ ਖੁਦਾ ਦੀ ਇੱਛਾ ਨੂੰ ਸੁਣੀਏ, ਸਮਝੀਏ ਔਰ ਉਹਦੇ ਉੱਤੇ ਅਸੀਂ ਚੱਲਣ ਦੇ ਲਈ ਇੱਕ ਚੰਗਾ ਫੈਸਲਾ ਲੈ ਸਕੀਏ। ਹਾਲੇਲੂਇਆ। ਸੋ ਜੈਸਾ ਤੁਸੀਂ ਜਾਣਦੇ ਹੋ ਅਸੀਂ ਸਿੱਖ ਰਹੇ ਹਾਂ ਕਿ ਖੁਦਾ ਨੇ ਆਖਿਆ ਕਿ ਰੌਸ਼ਨੀ ਹੋਵੇ ਤੇ ਰੌਸ਼ਨੀ ਹੋ ਗਈ। ਔਰ ਫਿਰ ਖੁਦਾ ਨੇ ਅਗਲਾ ਕੰਮ ਕੀਤਾ ਕਿ ਰੌਸ਼ਨੀ ਨੂੰ ਉਸਨੇ ਹਨੇਰੇ ਤੋਂ ਵੱਖਰਾ ਕੀਤਾ। ਸੋ ਇਹ ਖੁਦਾ ਦੀ ਇੱਛਾ ਸੀਗੀ ਕਿ ਖੁਦਾ ਰੌਸ਼ਨੀ ਤੇ ਹਨੇਰੇ ਨੂੰ ਇਕੱਠਿਆਂ ਨਹੀਂ ਰੱਖਣਾ ਚਾਹੁੰਦਾ। ਸੋ ਜਦੋਂ ਖੁਦਾ ਦੀ ਇਸ ਇੱਛਾ ਨੂੰ ਅਸੀਂ ਦੇਖਦੇ ਹਾਂ ਤੇ ਫਿਰ ਸਾਨੂੰ ਵੀ ਚਾਹੀਦਾ ਹੈ ਕਿ ਜਦੋਂ ਉਹੀ ਰੌਸ਼ਨੀ ਸਾਡੀ ਵੀ ਅੰਧਕਾਰਮਈ ਜ਼ਿੰਦਗੀ ਦੇ ਉੱਤੇ ਚਮਕੀ ਤੇ ਫਿਰ ਅਸੀਂ ਵੀ ਇਹ ਫੈਸਲਾ ਲਈਏ ਕਿ ਹੁਣ ਅਸੀਂ ਆਪਣੇ ਉਸ ਅੰਧਕਾਰ ਦੇ ਜੀਵਨ ਤੋਂ ਆਪਣੇ ਆਪ ਨੂੰ ਅਲੱਗ ਕਰਦੇ ਹੋਏ ਉਸ ਰੌਸ਼ਨੀ ਦੇ ਵਿੱਚ ਅਸੀਂ ਚੱਲ ਸਕੀਏ। ਸੋ ਜੈਸਾ ਅਸੀਂ ਸਿੱਖਿਆ ਸੀ ਰਾਤੀ ਕਿ ਗੌਰ ਕਰ, ਜਿਹਨੂੰ ਤੂੰ ਰੌਸ਼ਨੀ ਸਮਝਦਾ ਕਿਤੇ ਉਹ ਹਨੇਰਾ ਤੇ ਨਹੀਂ। ਸੋ ਅੱਜ ਇਹ ਬੜਾ ਇੱਕ ਗਹਿਰਾਈ ਦਾ ਇੱਕ ਵਿਸ਼ਾ ਆ ਕਿ ਵਚਨ ਕਹਿੰਦਾ ਕਿ ਗੌਰ ਕਰ, ਜਿਹਨੂੰ ਤੂੰ ਰੌਸ਼ਨੀ ਸਮਝਦਾ ਕਿਤੇ ਉਹ ਹਨੇਰਾ ਤੇ ਨਹੀਂ। ਸੋ ਜਿਵੇਂ ਰੌਸ਼ਨੀ ਦੀਆਂ ਵੀ ਕੋਈ ਲਿਮਟ ਨਹੀਂ ਹੈ, ਰੌਸ਼ਨੀ ਥੋੜੀ ਵੱਧਦੀ ਆ ਔਰ ਜੈਸੀ ਰੌਸ਼ਨੀ ਪਰਮੇਸ਼ਵਰ ਦੇ ਵਿੱਚ ਹੈ ਵੈਸੀ ਰੌਸ਼ਨੀ ਅਜੇ ਤੱਕ ਨਹੀਂ ਬਣ ਸਕੀ। ਹਰ ਰੌਸ਼ਨੀ ਉਸ ਰੌਸ਼ਨੀ ਤੋਂ ਘੱਟ ਆ, ਕਿਉਂਕਿ ਜਿਹੜੀ ਵੀ ਚੀਜ਼ ਉਹਨੇ ਬਣਾਈ ਹੈ ਜੇ ਉਹਦੇ ਵਿੱਚ ਇੰਨੀ ਰੌਸ਼ਨੀ ਹੈ ਤੇ ਫਿਰ ਜਿਹੜਾ ਬਣਾਉਣ ਵਾਲਾ ਉਹਦੇ ਆਪਣੇ ਦੇ ਵਿੱਚ ਕਿੰਨੀ ਰੌਸ਼ਨੀ ਹੋਵੇਗੀ। ਸੋ ਜਿਹਨੇ ਸੂਰਜ ਬਣਾਏ, ਚੰਦ ਤਾਰੇ ਬਣਾਏ ਤੇ ਉਹਨਾਂ ਦੇ ਵਿੱਚ ਉਹਨੇ ਰੌਸ਼ਨੀ ਨੂੰ ਰੱਖਿਆ, ਸੋ ਉਹਦੇ ਆਪਣੇ ਵਿੱਚ ਕਿੰਨੀ ਰੌਸ਼ਨੀ ਹੋਵੇਗੀ। ਸੋ ਇਸੇ ਤਰ੍ਹਾਂ ਜਦੋਂ ਅਸੀਂ ਸਿੱਖਦੇ ਹਾਂ ਹੌਲੀ ਹੌਲੀ ਤੇ ਫਿਰ ਸਾਨੂੰ ਅੱਗੇ ਵਧਣ ਦਾ ਜਦੋਂ ਮੌਕਾ ਮਿਲਦਾ ਹੈ ਤੇ ਫਿਰ ਹਰ ਦਿਨ ਉਹ ਰੌਸ਼ਨੀ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਵਧਣੀ ਸ਼ੁਰੂ ਹੁੰਦੀ ਹੈ ਔਰ ਉਸੇ ਰੌਸ਼ਨੀ ਵਿੱਚ ਰਹਿ ਕੇ ਫਿਰ ਅਸੀਂ ਸਾਰੀਆਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਿੱਖਣਾ ਸ਼ੁਰੂ ਕਰਦੇ ਹਾਂ। ਸੋ ਜਦੋਂ ਉਹ ਰੌਸ਼ਨੀ ਜਿਹੜੀ ਸਾਨੂੰ ਬਰੀਕੀਆਂ ਤੋਂ ਵਾਕਫ ਕਰਾਉਣ ਦੇ ਲਈ ਵੱਧਦੀ ਹੈ ਤੇ ਫਿਰ ਸਾਨੂੰ ਚਾਹੀਦਾ ਆ ਅਸੀਂ ਉਸ ਰੌਸ਼ਨੀ ਦੇ ਵਿੱਚ ਹਰ ਚੀਜ਼ ਨੂੰ ਸਾਫ਼-ਸਾਫ਼ ਵੇਖ ਸਕੀਏ। ਸੋ ਖੁਦਾ ਦਾ ਸ਼ੁਕਰ ਕਰਦੇ ਹਾਂ। ਮੇਰੇ ਖਿਆਲ ਦੇ ਨਾਲ ਕਈ ਲੋਕਾਂ ਨੂੰ ਨਾ ਥੋੜਾ ਕਈ ਵਾਰੀ ਕਨਫਿਊਜ਼ਨ ਹੋ ਜਾਂਦਾ, ਕਿਉਂਕਿ ਅਸੀਂ ਜਿਵੇਂ ਕਿ ਕਈ ਵਾਰੀ ਨਾ ਗਲਤੀ ਦੇ ਨਾਲ ਉਹ ਚੈੱਕ ਨਹੀਂ ਕੀਤਾ ਹੁੰਦਾ ਤੇ ਉਹ ਰਾਇਲ ਚਰਚ ਜਿਹੜਾ ਰੈਗੂਲਰ ਫੇਸਬੁੱਕ ਦਾ ਹੈਗਾ ਉੱਤੇ ਕਈ ਵਾਰੀ ਆਨਲਾਈਨ ਮੇਰੇ ਕੋਲ ਹੋ ਜਾਂਦਾ, ਤੇ ਕਿਉਂਕਿ ਮੈਂ ਇੰਨਾ ਐਕਸਪਰਟ ਵੀ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ। ਸੋ ਕਈ ਵਾਰੀ ਫਿਰ ਜਿਹੜਾ ਰਾਇਲ ਚਰਚ ਪੇਜ ਤੋਂ, ਸੋ ਅੱਜ ਅਸੀਂ ਰਾਇਲ ਚਰਚ ਪੇਜ ਤੋਂ ਹੀ ਹਾਂ ਤੇ ਕਾਫੀ ਲੋਕੀ ਕਨਫਿਊਜ਼ ਹੋਣਗੇ ਸ਼ਾਇਦ, ਕਿਉਂਕਿ ਮੇਰੇ ਖਿਆਲ ਦੇ ਨਾਲ ਕੁਝ ਲੋਕ ਕਨਫਿਊਜ਼ਨ ਵੀ ਹੋਣਗੇ ਕਿ ਉਹ ਸ਼ਾਇਦ ਉਹਨਾਂ ਨੇ ਰਾਇਲ ਚਰਚ ਵਾਲਾ ਰੈਗੂਲਰ ਖੋਲ੍ਹਿਆ ਹੋਵੇਗਾ ਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਉਹਦੇ 'ਤੇ ਵੀ ਸ਼ੇਅਰ ਕਰ ਦੇਵਾਂ ਤਾਂ ਕਿ ਇਹ ਜਿਹੜੀ ਅਪਡੇਟ ਆ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਉਸ ਜਗ੍ਹਾ ਦੇ ਉੱਤੇ ਫਾਲੋ ਕਰਨਾ ਚਾਹੁੰਦੇ। ਸੋ ਸਭ ਤੋਂ ਪਹਿਲਾਂ ਤਾਂ ਖੁਦਾ ਦੇ ਸ਼ੁਕਰਗੁਜ਼ਾਰ ਹਾਂ ਮੈਂ ਕਿ ਭਾਵੇਂ ਥੋੜ੍ਹੇ ਲੋਕ ਭਾਵੇਂ ਬਹੁਤੇ ਲੋਕ, ਜਿੰਨੇ ਵੀ ਲੋਕ ਆਨਲਾਈਨ ਜੁੜਦੇ ਆ, ਸੋ ਉਹਨਾਂ ਦੇ ਲਈ ਖੁਦਾ ਦੇ ਅੱਗੇ ਮੇਰੀ ਇਹੀ ਇਲਤਜਾ ਹੈ, ਇਹੀ ਬੇਨਤੀ ਹੈ ਕਿ ਖੁਦਾ ਉਹਨਾਂ ਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਜਦੋਂ ਕਿ ਤੁਸੀਂ ਦੇਖਦੇ ਹੋ ਕਿ ਆਲੇ ਦੁਆਲੇ ਦੇ ਮਾਹੌਲ ਇਸ ਵਕਤ ਕਿਹੋ ਜਿਹੇ ਆ, ਲੋਕ ਵਚਨ ਨੂੰ ਸੁਣਨ ਦੇ ਲਈ, ਸਮਝਣ ਦੇ ਲਈ, ਸਿੱਖਣ ਦੇ ਲਈ ਤਿਆਰ ਨਹੀਂ ਹੈ। ਬਸ ਥੋੜ੍ਹੇ ਬਹੁਤੇ ਸ਼ੋਰਗੁਲ, ਥੋੜ੍ਹੇ ਬਹੁਤੇ ਇੱਦਾਂ ਦੇ ਹਾਸੀ ਮਜ਼ਾਕ ਵਾਲਿਆਂ ਪਾਸੇ ਦੁਨੀਆ ਜ਼ਿਆਦਾ ਲੱਗ ਗਈ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਅਗਰ ਮੈਂ ਸਮਝਦਾ ਕਿ 10-20 ਲੋਕ ਵੀ ਅਗਰ ਆਨਲਾਈਨ ਵਚਨ ਸੁਣਨ ਦੇ ਲਈ ਆ ਜਾਂਦੇ, ਇਹ ਵੀ ਖੁਦਾ ਦਾ ਬੜਾ
ਉਹਨਾਂ ਲੋਕਾਂ ਦੇ ਉੱਤੇ ਬਹੁਤ ਵੱਡਾ ਇੱਕ ਮੈਂ ਰਹਿਮ ਹੀ ਸਮਝੂੰਗਾ, ਕਿਉਂਕਿ ਵਚਨ ਜਿਹੜਾ ਸੁਣਨਾ, ਵਚਨ ਨੂੰ ਪੜ੍ਹਨਾ ਤੇ ਵਚਨ ਦੇ ਨਾਲ ਬੈਠਣਾ, ਇਹ ਬੜਾ ਔਖਾ ਕੰਮ ਹੈ, ਔਰ ਇਹ ਹਰ ਬੰਦਾ ਜਿਹੜਾ ਆ ਉਹਦੇ ਵੱਸ ਦਾ ਕੰਮ ਨਹੀਂ, ਕਿਉਂਕਿ ਇਹ ਚੀਜ਼ਾਂ ਨੂੰ ਉਹ ਸਮਝੇਗਾ ਜਿਹੜਾ ਰੌਸ਼ਨੀ ਦੇ ਵਿੱਚ ਆ ਚੁੱਕਿਆ। ਸੋ ਆਓ ਅਸੀਂ ਵਚਨ ਦੇ ਰੈਫਰੈਂਸ ਪੜ੍ਹ ਕੇ ਨਾਲ ਸਮਝਾਂਗੇ, ਤਾਂ ਕਿ ਸਾਡੀ ਆਪਣੀ ਜਿਹੜੀ ਬੁੱਧ ਆ ਉਹ ਘੱਟ ਤੇ ਪਰਮੇਸ਼ਵਰ ਦਾ ਆਤਮਾ ਸਾਨੂੰ ਜ਼ਿਆਦਾ ਗਾਈਡ ਕਰੇ, ਔਰ ਆਪਣੀ ਬੁੱਧ ਜਿਹੜੀ ਹੈਗੀ ਆ ਉਹਨੂੰ ਵੀ ਪਰਮੇਸ਼ਵਰ ਦੀ ਬੁੱਧ ਦੇ ਹਵਾਲੇ ਕਰਦੇ ਹੋਏ ਅਸੀਂ वचन की गंभीरता ਨੂੰ सीखने की कोशिश करेंगे। सो कुलसियों के खाते में जैसा लिखा कि इसलिए जिस दिन से ये सुना हम भी तुम्हारे लिए ये प्रार्थना करने और विनती करने से नहीं चुकते कि तुम सारे आत्मिक ज्ञान समझ सहित परमेश्वर की इच्छा की पहचान में परिपूर्ण हो जाओ। सो ਜਿਹੜਾ ਪਹਿਲਾਂ ਸਿਸਟਮ ਨੂੰ ਸਮਝ ਲਈਏ ਕਿ ਜਿਹੜਾ ਬੰਦਾ ਰੌਸ਼ਨੀ ਦੇ ਵਿੱਚ ਆ ਗਿਆ, ਜਿਹਨੂੰ ਰੌਸ਼ਨੀ ਦੀ ਸਮਝ ਆ ਗਈ, ਜਿਹਦੇ ਉੱਤੇ ਪਰਮੇਸ਼ਵਰ ਨੇ ਆਪਣੀ ਰੌਸ਼ਨੀ ਨੂੰ ਉੰਡੇਲਿਆ, ਉਹਦੇ ਲਈ ਸਭ ਤੋਂ ਜ਼ਰੂਰੀ ਗੱਲ ਇਹੀ ਆ ਕਿ ਜਦੋਂ ਰੌਸ਼ਨੀ ਵਿੱਚ ਆ ਗਿਆ ਤੇ ਫਿਰ ਉਹਨੇ ਇਹਨਾਂ ਚੀਜ਼ਾਂ ਨੂੰ ਸਮਝਣਾ ਆ। ਸੋ खुदा ਦਾ ਦਾਸ ਲਿਖਦਾ ਹੈ ਵੀ हम भी तुम्हारे लिए ये प्रार्थना करने और विनती करने से नहीं चुकते कि तुम सारे आत्मिक ज्ञान। सो ਜਦੋਂ ਆਤਮਿਕ ਮਨੁੱਖ ਆਤਮਿਕ ਲੋਕਾਂ ਦੇ ਨਾਲ ਗੱਲ ਕਰੇਗਾ, ਰੌਸ਼ਨੀ ਪਾਇਆ ਹੋਇਆ ਮਨੁੱਖ ਰੌਸ਼ਨੀ ਪਾਏ ਹੋਏ ਲੋਕਾਂ ਨਾਲ ਗੱਲਾਂ ਕਰੇਗਾ, ਤੇ ਉਹਦੀ ਇੱਕੋ ਕੋਸ਼ਿਸ਼ ਹੋਊਗੀ ਕਿ ਉਹ ਸਭ ਤੋਂ ਪਹਿਲਾਂ ਤੇ ਇਹ ਹੀ ਆ, ਇੱਕ ਸੇਵਕ ਦੇ ਲਈ ਚਿੰਤਾ ਦਾ ਵਿਸ਼ਾ ਇਹ ਹੁੰਦਾ ਕਿ ਜਿਨ੍ਹਾਂ ਦੇ ਉੱਤੇ ਰੌਸ਼ਨੀ ਪ੍ਰਗਟ ਹੋ ਗਈ, ਜਿਨ੍ਹਾਂ ਨੇ ਰੌਸ਼ਨੀ ਪਾ ਲਈ ਹੈ, ਉਹ ਫਿਰ ਕਿਤੇ ਅੰਧਕਾਰ ਦੇ ਸ਼ਿਕਾਰ ਨਾ ਹੋ ਜਾਣ। ਸੋ ਸਭ ਤੋਂ ਪਹਿਲਾਂ ਤੇ ਇੱਕ ਸੇਵਕ ਇਸ ਚੀਜ਼ ਦੀ ਫਿਕਰ ਦੇ ਵਿੱਚ ਹੁੰਦਾ, ਤੇ ਉਹ ਹਮੇਸ਼ਾ ਕਲੀਸਿਆ ਨੂੰ ਇਸੇ ਚੀਜ਼ ਦੇ ਲਈ ਸਾਵਧਾਨ ਕਰਦਾ ਹੈ ਕਿ ਜਿਹੜੇ ਤੁਸੀਂ ਖੜੇ ਹੋ ਵੇਖਣਾ ਕਿਤੇ ਡਿੱਗ ਨਾ ਪਈਓ। ਸੋ ਇਹ ਇੱਕ ਸੇਵਕ ਦੀ ਜ਼ਿੰਮੇਵਾਰੀ ਆ, ਕਿਉਂਕਿ ਜਿਹੜਾ ਵਿਰੋਧੀ ਆ ਉਹ ਵੀ ਬੜੇ ਜ਼ੋਰ ਦੇ ਨਾਲ ਲੋਕਾਂ ਨੂੰ ਆਪਣੇ ਸ਼ਿਕੰਜੇ 'ਚ ਲੈਣ ਦੇ ਲਈ ਫਿਰਦਾ ਆ, ਪਾੜ ਖਾਣ ਵਾਲੇ ਸ਼ੇਰ ਵਾਂਗੂ ਉਹ ਤਿਆਰ ਰਹਿੰਦਾ ਆ। ਸੋ ਇਸ ਲਈ ਇੱਕ ਸੇਵਕ ਹੋਣ ਦੇ ਨਾਤੇ ਇੱਕ ਸੇਵਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਆ ਕਿ ਜਦੋਂ ਕਿਸੇ ਨੂੰ ਪਰਮੇਸ਼ਵਰ ਸਮਝ ਆਇਆ, ਜਦੋਂ ਪਰਮੇਸ਼ਵਰ ਦੀ ਰੌਸ਼ਨੀ ਕਿਸੇ ਉੱਤੇ ਚਮਕੀ ਹੈ, ਕਿਸੇ ਦੇ ਉੱਤੇ ਪ੍ਰਗਟ ਕੀਤਾ ਪਰਮੇਸ਼ਵਰ ਨੇ ਆਪਣੇ ਆਪ ਨੂੰ, ਤੇ ਫਿਰ ਸਭ ਤੋਂ ਜ਼ਰੂਰੀ ਇਹ ਆ ਕਿ ਉਸ ਰੌਸ਼ਨੀ ਦੇ ਵਿਖੇ ਹੀ ਲੋਕਾਂ ਨੂੰ ਸਿਖਾਇਆ ਜਾਵੇ। ਸੋ ਦੇਖਦੇ ਹਾਂ ਅਸੀਂ ਵਚਨ ਦੇ ਅਨੁਸਾਰ ਜਦੋਂ ਅਸੀਂ ਦੇਖਦੇ ਤਾਂ ਸੇਵਕ ਦੀ ਜਿਹੜੀ ਜ਼ਿੰਮੇਵਾਰੀ ਫਿਰ ਇਹ ਬਣਦੀ ਹੈ ਕਿ ਲੋਕ ਕਿਤੇ ਦੁਬਾਰਾ ਅੰਧਕਾਰ ਦੇ ਵੱਸ ਵਿੱਚ ਨਾ ਪੈ ਜਾਣ। ਸੋ ਉਹਦੇ ਲਈ ਜ਼ਰੂਰੀ ਹੈ, ਮੰਨ ਕੇ ਚਲੋ ਵੀ ਜਿਵੇਂ ਅੱਜ ਤੁਸੀਂ ਦੇਖਦੇ ਹੋ ਕਈਆਂ ਨੂੰ ਚਮਤਕਾਰਾਂ ਦੀ ਸੇਵਾ ਮਿਲੀ, ਕਈਆਂ ਨੂੰ ਅਦਭੁਤ ਕੰਮ ਕਰਨ ਦੀਆਂ ਸੇਵਾ ਖੁਦਾ ਨੇ ਬਖਸ਼ੀਆਂ, ਕਈਆਂ ਨੂੰ ਬਿਮਾਰਾਂ ਚੰਗੇ ਕਰਨ ਦੀਆਂ ਸੇਵਾ ਬਖਸ਼ੀਆਂ, ਕਈਆਂ ਨੂੰ ਭਵਿੱਖਬਾਣੀਆਂ ਦੀਆਂ ਸੇਵਾ ਬਖਸ਼ੀਆਂ। ਸੋ ਉਹ ਆਤਮਾ ਇੱਕੋ ਹੀ ਆ ਤੇ ਸੇਵਾਵਾਂ ਅਲੱਗ-ਅਲੱਗ ਆ, ਪਰ ਬੇਸ਼ੱਕ ਸੇਵਾਵਾਂ ਅਲੱਗ-ਅਲੱਗ ਹੋਣ, ਬੇਸ਼ੱਕ ਕੋਈ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਖੁਦਾ ਕਿਸੇ ਨੂੰ ਵੀ ਇਸਤੇਮਾਲ ਕਰਦਾ ਹੋਏ, ਪਰ ਉਹਦੀ ਪਹਿਲੀ ਜਿਹੜੀ ਜ਼ਿੰਮੇਵਾਰੀ ਸੇਵਕ ਦੀ ਉਹ ਇਹ ਆ, ਦਾਤ ਉਹਦੇ ਕੋਲ ਜਿਹੜੀ ਮਰਜ਼ੀ ਹੋਵੇ, ਪਰ ਉਹਦੀ ਇਹ ਜ਼ਿੰਮੇਵਾਰੀ ਆ ਕਿ ਜਿਹਦੇ ਉੱਤੇ ਰੌਸ਼ਨੀ ਚਮਕ ਗਈ ਉਹਨੂੰ ਪਰਮੇਸ਼ਵਰ ਦੀ ਸਾਰੀ ਇੱਛਾ ਤੋਂ ਜਾਣੂ ਕਰਾਉਣਾ ਹੈ। ਕਿਉਂਕਿ ਜਿੰਨੀ ਦੇਰ ਤੱਕ ਇਨਸਾਨ ਪਰਮੇਸ਼ਵਰ ਦੀ ਸਾਰੀ ਇੱਛਾ ਨੂੰ ਸਮਝਦਾ ਨਹੀਂ ਨਾ, ਉਨੀ ਦੇਰ ਤੱਕ ਉਹਦੇ ਰੌਸ਼ਨੀ ਵਿੱਚ ਆਏ ਦਾ ਕੋਈ ਫਾਇਦਾ ਨਹੀਂ। ਤੇ ਜੇ ਉਹ ਰੌਸ਼ਨੀ ਵਿੱਚ ਆਇਆ ਤੇ ਫਿਰ ਸੇਵਕ ਦੀ ਜ਼ਿੰਮੇਵਾਰੀ ਹੈ। ਮੰਨ ਕੇ ਚਲੋ ਕਿਸੇ ਦੀ ਜ਼ਿੰਦਗੀ ਵਿੱਚ ਅਦਭੁਤ ਕੰਮ ਹੋਇਆ ਤੇ ਉਹ ਪਹਿਲਾਂ ਮੰਨਦਾ ਹੀ ਨਹੀਂ ਕਿ ਪਰਮੇਸ਼ਵਰ ਹੈ, ਪਰ ਅਦਭੁਤ ਕੰਮ ਨੂੰ ਦੇਖ ਕੇ ਉਹਨੇ ਯਕੀਨ ਕੀਤਾ ਕਿ ਪਰਮੇਸ਼ਵਰ ਹੈਗਾ ਆ। ਸੋ ਹੁਣ ਅਸੀਂ ਸਾਰੀ ਜ਼ਿੰਦਗੀ ਉਹਨੂੰ ਇਸ ਅਦਭੁਤ ਕੰਮਾਂ ਵਾਲੇ ਪਾਸੇ ਨਹੀਂ ਰੱਖਣਾ, ਬਲਕਿ ਜਦੋਂ ਉਹਨੇ ਅਦਭੁਤ ਕੰਮ ਦੇਖ ਕੇ ਪਰਮੇਸ਼ਵਰ ਦੀ ਸਾਮਰਥ ਨੂੰ ਸਮਝ ਲਿਆ, ਤੇ ਫਿਰ ਸਾਡਾ ਪਹਿਲਾ ਫਰਜ਼ ਇਹ ਬਣਦਾ ਕਿ ਜਿਹਨੂੰ ਪਰਮੇਸ਼ਵਰ ਸਮਝ ਆ ਗਿਆ, ਜਿਹਦੇ ਉੱਤੇ ਪਰਮੇਸ਼ਵਰ ਦੀ ਰੌਸ਼ਨੀ ਪ੍ਰਗਟ ਹੋ ਗਈ ਆ, ਉਹਨੂੰ ਹੁਣ ਨੰਬਰ 1 ਤੇ ਅੰਧਕਾਰ ਦੇ ਵੱਸ ਵਿੱਚ ਦੁਬਾਰਾ ਨਾ ਪੈਣ ਦਈਏ। ਨੰਬਰ 2, ਉਹਨੂੰ ਹੁਣ ਅਗਲਾ ਜਿਹੜਾ ਸਿਸਟਮ ਸਮਝਾਈਏ। ਮੰਨ ਕੇ ਚਲੋ ਕਿਸੇ ਲਈ ਖੁਦਾ ਨੇ ਕਿਹਾ ਭਵਿੱਖਬਾਣੀ ਕਰਦੇ, ਸੋ ਭਵਿੱਖਬਾਣੀ ਆਤਮਿਕ ਤੌਰ ਤੇ ਉਹਦੇ ਆਤਮਿਕ ਜੀਵਨ ਉੱਤੀ ਤਰੱਕੀ ਦੇ ਲਈ ਇੱਕ ਸੇਵਕ ਨੇ ਕਰ ਦਿੱਤੀ। ਸੋ ਹੁਣ ਉਹਨੂੰ ਭਵਿੱਖਬਾਣੀਆਂ ਉੱਤੇ ਨਹੀਂ ਸਾਰੀ ਉਮਰ ਲਾ ਕੇ ਰੱਖਣਾ, ਬਲਕਿ ਉਸ ਚੀਜ਼ ਤੋਂ ਅਗਲੀ ਤਰੀਮ ਜਿਹੜੀ ਆ ਉਹ ਸਭ ਤੋਂ ਜਿਹੜਾ ਜ਼ਰੂਰੀ ਇੱਕ ਮਸੀਹੀ ਬੰਦੇ ਦੇ ਲਈ ਆ, ਉਹ ਖੁਦਾ ਦੇ ਕਲਾਮ ਨੂੰ ਪੂਰੀ ਰੀਤੀ ਦੇ ਨਾਲ ਸੁਣਨਾ, ਸਿੱਖਣਾ ਤੇ ਸਮਝਣਾ ਹੈ। ਕਿਉਂਕਿ ਕਲਾਮ ਨੇ ਬਚਾਉਣਾ ਆ, ਕਲਾਮ ਨੇ ਹੀ ਸੇਫ ਕਰਨਾ ਆ, ਕਲਾਮ ਨੇ ਹੀ ਤਿਆਰ ਕਰਨਾ ਹੈ। ਸੋ ਮੁਸੀਬਤ ਇੱਥੇ ਆ ਜਾਂਦੀ ਹੈ ਕਿ ਲੋਕ ਅਦਭੁਤ ਕੰਮ ਵੇਖ ਕੇ ਵਚਨ ਨੂੰ ਸਿੱਖਣ ਦੇ ਲਈ ਤਿਆਰ ਨਹੀਂ ਹੁੰਦੇ, ਤੇ ਹਮੇਸ਼ਾ ਉਹ ਅਦਭੁਤ ਕੰਮਾਂ ਦੇ ਮਗਰੇ ਲੱਗੇ ਰਹਿੰਦੇ। ਬਿਮਾਰ ਚੰਗਾ ਹੋ ਗਿਆ ਤੇ ਬਿਮਾਰ ਦੀ ਕੋਸ਼ਿਸ਼ ਇਹ ਰਹਿੰਦੀ ਵੀ ਮੈਂ ਫਿਰ ਦੁਬਾਰਾ ਬਿਮਾਰ ਹੋਵਾਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਮੈਂ ਠੀਕ ਹੋ ਜਾਵਾਂ, ਫਿਰ ਮੈਂ ਦੁਬਾਰਾ ਬਿਮਾਰ ਹੋ ਜਾਵਾਂ ਤੇ ਫਿਰ ਨਾਂ 'ਚ ਠੀਕ ਹੋ ਜਾਵਾਂ। ਉਹ ਇਹਨਾਂ ਚੱਕਰਾਂ 'ਚ ਪਿਆ ਰਹਿੰਦਾ, ਜਦ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਉਸ ਸ਼ਖਸ ਨੂੰ ਇਹ ਸਮਝਾਉਣਾ, ਇਹ ਸਿਖਾਉਣਾ
ਕਿ ਭਾਈ ਪਹਿਲਾਂ ਤੇ ਤੈਨੂੰ ਯਕੀਨ ਹੀ ਨਹੀਂ ਸੀ ਕਿ ਰੱਬ ਹੈ ਵੀ ਹੈ ਕਿ ਨਹੀਂ, ਤੇ ਰੱਬ ਨੇ ਆਪਣਾ ਅਦਭੁਤ ਕੰਮ ਦਿਖਾ ਕੇ ਤੈਨੂੰ ਦੱਸਿਆ ਕਿ ਮੈਂ ਹੈਗਾ ਹਾਂ। ਹੁਣ ਉਸ ਸਰਵ ਸ਼ਕਤੀਮਾਨ ਦੀ ਸਾਰੀ ਇੱਛਾ ਤੋਂ ਵਾਕਿਫ ਕਰਾਉਣਾ ਹੈ। ਔਰ ਇਹ ਰੌਸ਼ਨੀ ਇਸੇ ਲਈ ਚਮਕੀ ਹੈ ਕਿ ਅਸੀਂ ਸਾਫ਼-ਸਾਫ਼ ਸਭ ਕੁਝ ਦੇਖ ਸਕੀਏ। ਹੁਣ ਰੌਸ਼ਨੀ ਦੇ ਵਿੱਚ ਕੋਈ ਠੇਡਾ ਖਾਵੇ ਤੇ ਫਿਰ ਉਹਦੇ ਤੋਂ ਤਰਸਯੋਗ ਕੋਈ ਨਹੀਂ। ਹਨੇਰੇ ਵਿੱਚ ਤੇ ਬੰਦੇ ਨੇ ਟੇਢਾ ਖਾਣਾ ਹੀ ਖਾਣਾ ਠੇਡਾ, ਉਹ ਤੇ ਕੋਈ ਵੱਡੀ ਗੱਲ ਨਹੀਂ। ਪਰ ਰੌਸ਼ਨੀ ਵਿੱਚ ਚੱਲਣ ਵਾਲਾ ਬੰਦਾ ਵੀ ਜੇ ਠੇਡਾ ਖਾਂਦਾ ਆ ਤੇ ਫਿਰ ਤੇ ਉਹਦੇ ਤੇ ਮੈਂ ਸਮਝਦਾ ਵੀ ਹਾਏ ਆ, ਕਿਉਂਕਿ ਰੌਸ਼ਨੀ ਵਿੱਚ ਤੇ ਸਾਫ਼-ਸਾਫ਼ ਦਿਸਦਾ ਪਿਆ। ਸੋ ਰੌਸ਼ਨੀ ਵਿੱਚ ਠੇਡਾ ਲੱਗਣਾ ਇਹ ਬੜੀ ਖਤਰਨਾਕ ਗੱਲ ਆ, ਜਿਹਨੂੰ ਅੱਜ ਹਰੇਕ ਮਸੀਹੀ ਦੇ ਲਈ ਸਮਝਣਾ ਬੜਾ ਜ਼ਰੂਰੀ ਆ। ਔਰ ਜਦੋਂ ਅਸੀਂ ਵਚਨ ਨੂੰ ਸਮਝਣ ਦੇ ਲਈ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਦਿੰਦੇ ਹਾਂ ਤੇ ਫਿਰ ਇਹ ਸਾਰੀਆਂ ਗਹਿਰਾਈਆਂ ਜਿਹੜੀਆਂ ਹੈਗੀਆਂ ਆ ਉਹ ਸਾਡੇ ਤੇ ਪਰਮੇਸ਼ਰ ਇਸੇ ਤਰ੍ਹਾਂ ਪ੍ਰਗਟ ਕਰਦਾ। ਸੋ ਖੁਦਾ ਦਾ ਦਾਸ ਦੱਸਦਾ ਆ, ਇਸ ਲਈ ਜਿਸ ਦਿਨ से ये सुना हम भी तुम्हारे लिए ये प्रार्थना करने और बिनती करने से नहीं चुकते। ਕਾਹਦੇ ਲਈ? ਹੁਣ ਜਦੋਂ ਕਹਿੰਦੇ ਤੁਹਾਡੇ ਵਿਸ਼ਵਾਸ ਦੇ ਬਾਰੇ ਸੁਣਿਆ ਨਾ, ਤੇ ਹੁਣ ਅਸੀਂ ਇਹ ਸਮਝ ਗਏ ਹਾਂ ਕਿ ਤੁਹਾਨੂੰ ਪਰਮੇਸ਼ਰ ਤੇ ਕੀ ਹੋ ਗਿਆ, ਭਲਾ ਵਿਸ਼ਵਾਸ ਹੋ ਗਿਆ, ਤੁਸੀਂ ਮੰਨ ਲਿਆ ਕਿ ਪਰਮੇਸ਼ਰ ਹੈਗਾ। ਹੁਣ ਇੱਕ ਸੇਵਕ ਹੋਣ ਦੇ ਨਾਤੇ ਸੰਤ ਪੁਰਸ਼ ਕਹਿੰਦਾ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਵੀ ਤੁਸੀਂ ਸਾਰੇ ਆਤਮਿਕ ਗਿਆਨ। ਸੋ ਇੱਥੇ ਇੱਕ ਖਾਸ ਜਿਹੜੀ ਗੱਲ ਸਾਡੇ ਸਾਹਮਣੇ ਹੁੰਦੀ ਵੀ ਸਾਰੇ ਆਤਮਿਕ ਗਿਆਨ, ਇੱਥੇ ਇਕੱਲੇ ਗਿਆਨ ਦੀ ਗੱਲ ਨਹੀਂ ਕੀਤੀ ਗਈ, ਆਤਮਿਕ ਗਿਆਨ। ਗਿਆਨ ਦੁਨੀਆ ਕੋਲ ਬੜਾ ਹੋ ਸਕਦਾ, ਗਿਆਨ ਅੰਧਕਾਰ ਦੇ ਵਸ ਵਿੱਚ ਪਏ ਹੋਏ ਲੋਕਾਂ ਦੇ ਕੋਲ ਬੜਾ ਹੋ ਸਕਦਾ, ਗਿਆਨ ਅੰਧਕਾਰ ਦੇ ਵਿੱਚ ਚੱਲਣ ਵਾਲਿਆਂ ਕੋਲ ਬਹੁਤ ਜ਼ਿਆਦਾ ਹੋ ਸਕਦਾ ਹੈ। ਪਰ ਆਤਮਿਕ ਗਿਆਨ ਉਸੇ ਮਨੁੱਖ ਦੇ ਕੋਲ ਹੋਊਗਾ ਜਿਹਦਾ ਆਤਮਾ ਤੋਂ ਜਿਹਨੇ ਜਨਮ ਪਾਇਆ ਹੈ, ਜਿਹੜਾ ਜਨਮ ਆਤਮਾ ਤੋਂ ਹੋਇਆ ਹੈ, ਜਿਹਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਜਨਮ ਲੈਣ ਦਾ ਮੌਕਾ ਮਿਲਿਆ ਹੈ, ਜਿਹਦੇ ਉੱਤੇ ਪਰਮੇਸ਼ਰ ਨੇ ਵੱਡਾ ਅਨੁਗ੍ਰਹਿ ਕੀਤਾ ਹੈ। ਆਤਮਿਕ ਗਿਆਨ ਨੂੰ ਉਹੀ ਬੰਦਾ ਸਮਝ ਸਕਦਾ। ਸੋ ਉਹਦੇ ਲਈ ਫਿਰ ਜ਼ਰੂਰੀ ਹੈ ਕਿ ਅਸੀਂ ਆਤਮਾ ਦੇ ਵਿੱਚ ਪ੍ਰਾਰਥਨਾ ਕਰੀਏ ਔਰ ਪ੍ਰਭੂ ਕੋ ਮੰਗੀਏ ਕਿ ਪ੍ਰਭੂ ਜਦੋਂ ਤੂੰ ਆਪਣੇ ਵੱਡੇ ਰਹਿਮ ਦੇ ਨਾਲ ਸਾਨੂੰ ਇਸ ਅੰਧਕਾਰ ਦੇ ਵਿੱਚੋਂ ਛੁਡਾਇਆ ਆ ਔਰ ਆਪਣੇ ਪਿਆਰੇ ਪੁੱਤਰ ਦੀ ਮਹਿਮਾ ਦੇ ਵਿੱਚ ਬੁਲਾਇਆ ਆ, ਤੇ ਫਿਰ ਸਾਨੂੰ ਤੂੰ ਹੁਣ ਆਤਮਿਕ ਗਿਆਨ ਹੀ ਬਖਸ਼ ਤਾਂ ਕਿ ਅਸੀਂ ਉਹਦੇ ਵਿੱਚ ਬਣੇ ਰਹਿ ਸਕੀਏ। ਕਿਉਂਕਿ ਜੇ ਅਸੀਂ ਦੁਨੀਆ ਦੇ ਗਿਆਨ ਦੇ ਮਗਰ ਜਾਵਾਂਗੇ ਤੇ ਹੋ ਸਕਦਾ ਅਸੀਂ ਭਟਕ ਜਾਈਏ, ਔਰ ਅੱਜ ਇਹ ਸਭ ਕੁਝ ਹੋ ਰਿਹਾ ਆ। ਸੋ ਖੁਦਾ ਦੇ ਦਾਸ ਦੀ ਪਹਿਚਾਣ ਫਿਰ ਜਿਹੜਾ ਬੁਲਾਇਆ ਹੋਇਆ, ਅੱਜ ਕੱਲ੍ਹ ਤੇ ਸਾਰੇ ਕਹਿੰਦੇ ਜਿਹੜਾ ਵੀ ਬਾਈਬਲ ਚੁੱਕਦਾ ਉਹੀ ਕਹਿੰਦਾ ਮੈਂ ਵੀ ਖੁਦਾ ਦਾ ਬੁਲਾਇਆ ਹੋਇਆ। ਤੇ ਅਸੀਂ ਜਦੋਂ ਪੁੱਛਦੇ ਹਾਂ ਵੀ ਕਿੱਦਾਂ ਬੁਲਾਇਆ ਹੋਇਆ ਭਾਈ, ਕੋਈ ਚਿੰਨ੍ਹ ਦੱਸੋ ਵੀ ਤੁਸੀਂ ਕਿੱਦਾਂ ਸਿੱਧ ਕਰਦੇ ਹੋ ਵੀ ਤੁਸੀਂ ਪ੍ਰਭੂ ਦੇ ਬੁਲਾਏ ਹੋਏ ਹੋ, ਕਹਿੰਦੇ ਬੁਲਾਹਟ 3 ਪ੍ਰਕਾਰ ਦੀ ਹੈ। ਇੱਕ ਪ੍ਰਭੂ ਆਪ ਬੁਲਾਉਂਦਾ ਹੈ, ਇੱਕ ਖੁਦਾ ਆਪਣੇ ਸੇਵਕਾਂ ਦੇ ਦੁਆਰਾ ਬੁਲਾਉਂਦਾ, ਤੇ ਇੱਕ ਬੰਦਾ ਆਪਣੀ ਇੱਛਾ ਦੇ ਨਾਲ ਆਉਂਦਾ ਹੈ। ਸੋ ਹੁਣ ਆਪਣੀ ਇੱਛਾ ਦੇ ਨਾਲ ਤੇ ਸਾਰੇ ਹੀ ਆਏ ਹੋਏ ਆ, ਕਿਉਂਕਿ ਅਸਲ ਦੇ ਵਿੱਚ ਬੁਲਾਏ ਨਹੀਂ ਹੁੰਦੇ, ਪਰ ਉਹਨਾਂ ਕੋਲ ਉਹ ਇੱਕ ਬਹਾਨਾ ਆ ਕਿ ਵਚਨ 'ਚ 3 ਤਰ੍ਹਾਂ ਦੀ ਬੁਲਾਹਟ ਹੈ, 3 ਤਰ੍ਹਾਂ ਦੇ ਵਿੱਚੋਂ ਇਹ ਇੱਕ ਬੁਲਾਹਟ। ਤੇ ਇਹ ਬੁਲਾਹਟ ਜਿਹੜੀ ਆ ਇਹ 99% ਲੋਕਾਂ ਦੇ ਵਿੱਚ ਇਹ ਬੁਲਾਹਟ ਦੇਖਣ ਨੂੰ ਮਿਲਦੀ ਕਿ ਨਹੀਂ ਜੀ ਅਸੀਂ ਆਪਣੀ ਇੱਛਾ ਦੇ ਨਾਲ ਹੀ ਪ੍ਰਭੂ ਨੂੰ ਪਾਇਆ ਹੈ ਤੇ ਆਪਣੀ ਇੱਛਾ ਦੇ ਨਾਲ ਹੀ ਅਸੀਂ ਇਸ ਸੇਵਕਾਂ ਨੂੰ ਸ਼ੁਰੂ ਕੀਤਾ ਹੈ ਤੇ ਪ੍ਰਭੂ ਇਸ ਸੇਵਕਾਂ ਨੂੰ ਕਬੂਲ ਕਰਦਾ ਹੈ। ਸੋ ਐਸੀ ਕੋਈ ਗੱਲ ਨਹੀਂ, ਜਦੋਂ ਵਚਨ 'ਚ ਲਿਖਿਆ ਬੁਲਾਹਟ 3 ਪ੍ਰਕਾਰ ਦੀ ਹੈ, ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ ਤੇ ਫਿਰ ਉਹਨੂੰ ਅਸੀਂ ਚੈਲੰਜ ਤੇ ਨਹੀਂ ਕਰ ਸਕਦੇ। ਪਰ ਜਿਹੜੀ ਇਹ ਤੀਸਰੀ ਕਿਸਮ ਦੀ ਬੁਲਾਹਟ ਇਹ ਅੱਜ ਕੱਲ੍ਹ ਜ਼ਿਆਦਾ ਪਾਈ ਜਾਂਦੀ ਹੈ। ਔਰ ਇਸ ਬੁਲਾਹਟ ਨੂੰ ਵੀ ਜਿਹੜੀ ਬੁਲਾਹਟ ਹੈਗੀ ਇਹਨੂੰ ਵੀ ਸਮਝਣ ਦੇ ਲਈ ਨਾ, ਉਹਦੇ ਲਈ ਵੀ ਬੰਦੇ ਦੇ ਲਈ ਜ਼ਰੂਰੀ ਹੈ ਕਿ ਉਹ ਆਤਮਿਕ ਗਿਆਨ ਨੂੰ ਪਾਵੇ, ਉਹ ਆਤਮਿਕ ਸਮਝ ਨੂੰ ਪਾਵੇ, ਉਹ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਹੋਵੇ। ਸੋ ਹੁਣ ਜੇ ਅਸੀਂ ਆਪ ਵੀ ਕਹੀਏ ਵੀ ਨਹੀਂ ਜੀ ਮੈਨੂੰ ਕਿਸੇ ਸੇਵਕ ਦੁਆਰਾ ਨਹੀਂ ਬੁਲਾਇਆ ਗਿਆ, ਮੈਨੂੰ ਪਰਮੇਸ਼ਰ ਨੇ ਡਾਇਰੈਕਟ ਨਹੀਂ ਬੁਲਾਇਆ, ਤੇ ਮੈਨੂੰ ਮੇਰੇ ਅੰਦਰ ਹੀ ਆਵਾਜ਼ ਉੱਠੀ ਕਿ ਮੈਂ ਪ੍ਰਭੂ ਲਈ ਕੁਛ ਕਰਾਂ ਤੇ ਪ੍ਰਭੂ ਨੇ ਮੈਨੂੰ ਕਬੂਲ ਕੀਤਾ, ਤੇ ਫਿਰ ਉੱਥੇ ਜੀਵਨ ਬਿਆਨ ਕਰਦਾ ਆ। ਜੇ ਅਸੀਂ ਕਹੀਏ ਨਾ ਕਿ ਅਸੀਂ ਆਪਣੇ ਆਪ ਹੀ ਪ੍ਰਭੂ ਦੇ ਸਪੁਰਦ ਆਪਣੇ ਆਪ ਨੂੰ ਕੀਤਾ ਤੇ ਪ੍ਰਭੂ ਨੇ ਸੇਵਕਾਈ ਸਾਨੂੰ ਬਖਸ਼ੀ ਹੈ, ਤੇ ਫਿਰ ਉੱਥੇ ਵੀ ਆ ਕੇ ਬੜੀਆਂ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਫਿਰ ਚੈਲੰਜ ਬਣ ਕੇ ਖੜੀਆਂ ਹੁੰਦੀਆਂ, ਜਿਹੜੀਆਂ ਫਿਰ ਸਾਨੂੰ ਪਹਿਚਾਣ ਵੀ ਦਿੰਦੀਆਂ ਵੀ ਇਹ ਵਾਕਿਆ ਜੇ ਆਪਣੀ ਇੱਛਾ ਦੇ ਨਾਲ ਵੀ ਆਇਆ ਆ ਤੇ ਪ੍ਰਭੂ ਨੇ ਇਹਨੂੰ ਗ੍ਰਹਿਣ ਕਰ ਲਿਆ, ਇਹਦੀ ਸੇਵਕਾਈ ਨੂੰ ਗ੍ਰਹਿਣ ਕਰ ਲਿਆ, ਕਿ ਪ੍ਰਭੂ ਦਾ ਰੂਹ ਇਹਦੇ ਨਾਲ ਹੋ ਕੇ ਚੱਲ ਰਿਹਾ ਆ, ਕਿ ਪ੍ਰਭੂ ਇਹਦੇ ਉੱਤੇ ਆਪਣੇ ਅਨੁਗ੍ਰਹਿ ਨੂੰ ਉਸ ਤਰ੍ਹਾਂ ਬਣਾਏ ਰੱਖਦਾ ਜਿਸ ਤਰ੍ਹਾਂ ਬੁਲਾਇਆ ਹੋਇਆਂ ਦੇ ਉੱਤੇ ਉਹਦਾ ਅਨੁਗ੍ਰਹਿ ਬਣਿਆ ਰਹਿੰਦਾ। ਸੋ ਦੇਖਦੇ ਹਾਂ ਕਿ ਤੁਹਾਡਾ ਆਪਣੇ
विनती करने से नहीं चुकते कि तुम सारे आत्मिक ज्ञान और समय सहित परमेश्वर की इच्छा की पहचान में परिपूर्ण हो जाओ। सो ਜਿਹਦੇ ਉੱਤੇ ਰੌਸ਼ਨੀ ਚਮਕੀ ਉਹਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਉਹਨੇ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਨ ਦੇ ਵਿੱਚ ਪਰਿਪੂਰਨ ਹੋਣਾ। ਸੋ ਆ ਜਿਹੜੇ ਫਿਰ ਲੱਭਦੇ ਆ ਨਾ ਜ਼ਿਆਦਾ, ਜਿਹੜੇ ਕਹਿੰਦੇ ਵੀ ਨਹੀਂ ਜੀ ਅਸੀਂ ਤੀਸਰੇ ਕਿਸਮ ਦੀ ਬੁਲਾਹਟ ਦੇ ਵਿੱਚ ਬੁਲਾਏ ਹੋਏ ਆ, ਤੇ ਇਹਨਾਂ ਦੇ ਵਿੱਚ ਫਿਰ ਜਦੋਂ ਆ ਦੇਖਦੇ ਆ ਨਾ ਕਿ ਪਰਮੇਸ਼ਵਰ ਦੀ ਇੱਛਾ ਤੇ ਵਚਨ ਕੁਝ ਹੋਰ ਹੀ ਸਮਝਾਉਂਦਾ, ਜਿਹਨੂੰ ਅਸੀਂ ਆਤਮਿਕ ਗਿਆਨ ਕਹਿੰਦੇ ਨਾ। ਆਤਮਿਕ ਗਿਆਨ ਦੇ ਵਿੱਚ ਆਤਮਿਕ ਗਿਆਨ ਤੇ ਪਰਮੇਸ਼ਵਰ ਦੀ ਇੱਛਾ ਨੂੰ ਕੁਝ ਅਲੱਗ ਤਰੀਕੇ ਨਾਲ ਸਮਝਾ ਰਿਹਾ ਹੈ। ਪਰ ਇਹ ਜਿਹੜੇ ਤੀਸਰੀ ਕਿਸਮ ਦੀ ਬੁਲਾਹਟ ਦੇ ਵਿੱਚ ਸੱਦੇ ਹੋਣ ਦਾ ਦਾਅਵਾ ਕਰਦੇ ਆ, ਇਹਨਾਂ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਦੀ ਉਹ ਪਹਿਚਾਣ ਜਿਹਦੇ ਵਿੱਚ ਖੁਦਾ ਦਾ ਦਾਸ ਕਹਿੰਦਾ ਕਿ ਤੁਸੀਂ ਪਰਿਪੂਰਨ ਹੋਣਾ ਆ, ਉਹ ਇੱਛਾ ਦੀ ਪਹਿਚਾਣ ਤੇ ਨਜ਼ਰ ਆਉਂਦੀ ਨਹੀਂ। ਸੋ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਣ ਦੇ ਉੱਤੇ ਜਦੋਂ ਅਸੀਂ ਮੇਨ ਗੱਲਾਂ ਨੂੰ ਰੱਖਦੇ ਆ, ਤੇ ਉਹਦੇ ਵਿੱਚ ਸਾਡੇ ਸਾਹਮਣੇ ਕੁਝ ਗੱਲਾਂ ਜਿਹੜੀਆਂ ਆਉਂਦੀਆਂ ਆ ਉਹ ਇਹ ਹੈ। ਨੰਬਰ 1, ਪਰਮੇਸ਼ਵਰ ਦੀ ਇੱਛਾ ਦੀ ਪਹਿਚਾਣ। ਜਦੋਂ ਉਹਨੇ ਆਪਣੀ ਰੌਸ਼ਨੀ ਕਿਸੇ ਉੱਤੇ ਪ੍ਰਗਟ ਕਰ ਦਿੱਤੀ ਹੈ, ਤੇ ਹੁਣ ਉਹਨੇ ਰੌਸ਼ਨੀ ਦੇ ਵਿੱਚ ਉਹ ਚਾਹੁੰਦਾ ਵੀ ਚੱਲੇ, ਤੇ ਉਹਦੇ ਵਿੱਚ ਪਰਮੇਸ਼ਵਰ ਆਪਣੀ ਇੱਛਾ ਨੂੰ ਇਸ ਰੌਸ਼ਨੀ ਪਾਏ ਹੋਏ ਬੰਦੇ ਉੱਤੇ ਕਿਵੇਂ ਪ੍ਰਗਟ ਕਰਦਾ ਹੈ। ਸਭ ਤੋਂ ਪਹਿਲਾਂ ਖੁਦਾ ਦਾ ਕਲਾਮ ਕਹਿੰਦਾ ਹੈ ਜਿਹੜਾ ਮੇਰੇ ਮਗਰ ਆਉਣਾ ਚਾਹੁੰਦਾ ਉਹ ਆਪਣੇ ਆਪ ਦਾ ਇਨਕਾਰ ਕਰੇ। ਸੋ ਜਿਹੜਾ ਕਹਿੰਦਾ ਨਾ ਕਿ ਤੀਸਰੇ ਕਿਸਮ ਦੀ ਬੁਲਾਹਟ ਦੇ ਵਿੱਚ ਮੈਨੂੰ ਬੁਲਾਇਆ ਗਿਆ ਹੈ, ਉਹ ਕੀ ਇਸ ਵਚਨ ਦੇ ਵਿੱਚ ਖੜਾ ਹੈ ਜਿਵੇਂ ਲਿਖਿਆ ਹੈ ਕਿ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਉਹ ਸਭ ਤੋਂ ਪਹਿਲਾਂ ਆਪਣੇ ਆਪ ਦਾ ਕੀ ਕਰੇ? ਇਨਕਾਰ ਕਰੇ। ਸੋ ਜੇ ਤੇ ਕੋਈ ਆਪਣੀ ਹੀ ਇੱਛਾ ਦੇ ਨਾਲ ਬੁਲਾਹਟ ਦੇ ਵਿੱਚ ਕਹਿੰਦਾ ਵੀ ਮੈਂ ਸ਼ਾਮਲ ਹੋਇਆ ਆ, ਤੇ ਫਿਰ ਉਹਨੂੰ ਇਹ ਸਿੱਧ ਕਰਨਾ ਪੈਣਾ ਆ, ਜਿਹੜਾ ਅਸੀਂ ਵਚਨ ਦਾ ਰੈਫਰੈਂਸ ਦੇਖ ਰਹੇ ਹਾਂ ਕਿ ਖੁਦਾ ਦਾ ਵਚਨ ਕੀ ਕਹਿੰਦਾ ਆ ਕਿ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਉਹ ਸਭ ਤੋਂ ਪਹਿਲਾਂ ਆਪਣੇ ਆਪ ਦਾ ਇਨਕਾਰ ਕਰੇ। ਤੇ ਜਿਹੜਾ ਕਹਿੰਦਾ ਵੀ ਮੈਂ ਆਪਣੀ ਇੱਛਾ ਦੇ ਨਾਲ ਹੀ ਸੇਵਾ ਦੇ ਵਿੱਚ ਆਇਆ ਆ ਤੇ ਪ੍ਰਭੂ ਨੇ ਮੈਨੂੰ ਕਬੂਲ ਕਰ ਲਿਆ ਆ, ਤੇ ਕੀ ਉਹਨੇ ਆਪਣੇ ਆਪ ਦਾ ਇਨਕਾਰ ਕੀਤਾ ਹੈ ਜਾਂ ਅਜੇ ਵੀ ਉਹ ਸੰਸਾਰ ਵਾਂਗੂ ਹੀ ਚੱਲ ਰਿਹਾ ਹੈ? ਜਿਸ ਬੰਦੇ ਨੇ ਆਪਣੇ ਆਪ ਦਾ ਇਨਕਾਰ ਕੀਤਾ, ਹੁਣ ਉਹਦੀ ਕੋਈ ਤਮੰਨਾ, ਕੋਈ ਖੁਆਇਸ਼ ਨਹੀਂ, ਉਹਨੇ ਸਰੈਂਡਰ ਕਰ ਦਿੱਤਾ ਪਰਿਪੂਰਨ ਤਰੀਕੇ ਨਾਲ, ਪੂਰੇ ਤਰੀਕੇ ਦੇ ਨਾਲ ਉਹਨੇ ਉਸ ਪਰਿਪੂਰਨਤਾ ਨੂੰ ਪਾਉਣ ਦੇ ਲਈ ਆਪਣੇ ਨੂੰ ਪੂਰੇ ਤਰੀਕੇ ਦੇ ਨਾਲ ਸਰੈਂਡਰ ਕਰ ਦਿੱਤਾ ਹੈ। ਉਹਨੇ ਹੁਣ ਕਹਿ ਦਿੱਤਾ ਅੱਜ ਤੋਂ ਮੇਰੀ ਨਹੀਂ ਬਲਕਿ ਤੇਰੀ ਇੱਛਾ ਮੇਰੇ ਜੀਵਨ ਵਿੱਚ ਪੂਰੀ ਹੋਵੇ। ਮੈਂ ਫਿਰ ਰਿਪੀਟ ਕਰੂੰਗਾ, वचन की इसे पढ़िया, सारे आत्मिक ज्ञान और समय सहित परमेश्वर की इच्छा की पहचान में परिपूर्ण हो जाओ। सो जिन्हें अपने आप का इनकार किया, ਉਹਨੂੰ ਜਦੋਂ ਅਸੀਂ ਸਮਝਣਾ ਆ ਫਿਰ ਵੀ ਜਿੱਦਾਂ ਅਸੀਂ ਸੁਣੇ ਸਿੱਖਿਆ ਕਿ ਜੇ ਕੋਈ ਕਹਿੰਦਾ ਨਾ ਵੀ ਮੈਂ ਤੀਸਰੇ ਕਿਸਮ ਦੀ ਬੁਲਾਹਟ ਵਿੱਚ ਸੇਵਾ ਕਰ ਰਿਹਾ ਹਾਂ, ਤੇ ਫਿਰ ਉਹਦੇ ਲਈ ਜ਼ਰੂਰੀ ਕੀ ਆ? ਉਹ ਪਰਮੇਸ਼ਵਰ ਦੀ ਪੂਰੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਹੋਵੇ। ਤੇ ਇੱਛਾ ਦੀ ਪਹਿਚਾਣ ਦੇ ਵਿੱਚ ਪਹਿਲਾ ਜਿਹੜਾ ਸਟੈਪ ਕੀ ਆ ਕਿ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਉਹ ਆਪਣੇ ਆਪ ਦਾ ਇਨਕਾਰ ਕਰੇ। ਤੇ ਜਿਹੜਾ ਕਹਿੰਦਾ ਨਾ ਵੀ ਮੈਂ ਤੀਸਰੇ ਕਿਸਮ ਦੀ ਬੁਲਾਹਟ 'ਚ ਆਇਆ, ਕੀ ਉਹਨੇ ਆਪਣੇ ਆਪ ਦਾ ਇਨਕਾਰ ਕੀਤਾ? ਤੇ ਜੇ ਉਹਨੇ ਆਪਣੇ ਆਪ ਦਾ ਇਨਕਾਰ ਕੀਤਾ ਤੇ ਫਿਰ ਅਗਲੀ ਗੱਲ ਹੈਗੀ ਆ ਕਿ ਕੀ ਉਹ ਪਰਮੇਸ਼ਵਰ ਦੀ ਇੱਛਾ ਨੂੰ ਹੁਣ ਸਮਝਦਾ ਹੈ? ਕਿਉਂਕਿ ਜਿਹਨੇ ਆਪਣੇ ਆਪ ਦਾ ਇਨਕਾਰ ਕਰ ਦਿੱਤਾ, ਉਹਨੇ ਕਰ ਦਿੱਤਾ ਆਪਣੇ ਆਪ ਨੂੰ ਸਰੈਂਡਰ। ਤਾਂ ਸਰੈਂਡਰ ਦਾ ਮਤਲਬ ਇਹ ਆ ਵੀ ਹੁਣ ਮੇਰੀ ਕੋਈ ਇੱਛਾ ਨਹੀਂ, ਬਲਕਿ ਮੇਰੇ ਜੀਵਨ ਦੇ ਵਿੱਚ ਹੁਣ ਹਮੇਸ਼ਾ ਤੇਰੀ ਇੱਛਾ ਪੂਰੀ ਹੋਵੇ। ਤੇ ਇਹ ਤੇ ਵਿਚਾਰੇ ਸੰਗ ਅੱਡ ਕੇ ਸਟੇਜਾਂ ਦੇ ਉੱਤੇ ਸੰਗ ਪਾੜ ਕੇ ਇਹ ਤੇ ਮੰਗਣੋਂ ਹੀ ਨਹੀਂ ਹਟਦੇ। ਜਿਹਨੇ ਆਪਣੇ ਆਪ ਦਾ ਇਨਕਾਰ ਕਰ ਲਿਆ ਉਹਨੂੰ ਹੁਣ ਕੀ ਚਾਹੀਦਾ? ਉਹਦਾ ਤੇ ਕਨੈਕਸ਼ਨ ਕੱਟ ਗਿਆ ਸੰਸਾਰ ਦੇ ਨਾਲ, ਉਹਨੂੰ ਹੁਣ ਕਿਹੜੀ ਚੀਜ਼ ਦੀ ਲੋੜ ਹੈ? ਉਹਦੀ ਤਾਂ ਹੁਣ ਦੁਆ ਇਹ ਹੈ, ਤੂੰ ਭੁੱਖਾ ਨਾ ਰੱਖੇ, ਤੂੰ ਨੰਗਾ ਰੱਖੇ, ਤੂੰ ਪਿਆਸਾ ਰੱਖੇ, ਤੂੰ ਇੱਜ਼ਤ ਦਵੇਂ ਤੇ ਭਾਵੇਂ ਬੇਇੱਜ਼ਤੀ ਕਰਾਵੇਂ, ਤੂੰ ਉਤਾਹਾਂ ਨੂੰ ਲੈ ਕੇ ਜਾਵੇਂ ਤੇ ਭਾਵੇਂ ਠਾਂ ਗਿਰਾਵੇਂ। ਮੈਂ ਤੇਰੀ ਇੱਛਾ ਨੂੰ ਸਮਝ ਲਿਆ, ਤੂੰ ਮੇਰੇ ਜੀਵਨ ਦੇ ਵਿੱਚ ਜੋ ਵੀ ਕੁਝ ਕਰੇਗਾ ਉਹ ਮੇਰੇ ਲਈ ਭਲਾ ਹੀ ਹੋਵੇਗਾ। ਇਹਨੂੰ ਕਹਿੰਦੇ ਸਾਰੇ ਆਤਮਿਕ ਗਿਆਨ ਤੇ ਸਮਝ ਸਹਿਤ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਪਰਿਪੂਰਨ ਹੋਣਾ। ਅਗਲੀ ਗੱਲ, ਇੱਛਾ ਦੀ ਪਰਿਪੂਰਨਤਾ ਦਾ ਦੂਸਰਾ ਮਤਲਬ, ਯਿਸੂ ਮਸੀਹ ਨੇ ਕਿਹਾ ਧਰਤੀ ਉੱਤੇ ਆਪਣੇ ਲਈ ਧਨ ਨਾ ਜੋੜੋ।
ਧਰਤੀ ਉੱਤੇ ਆਪਣੇ ਲਈ ਧਨ ਨਾ ਜੋੜੋ ਜਿੱਥੇ ਕੀੜਾ ਖਾ ਜਾਂਦਾ ਤੇ ਜੰਗਾਲ ਲੱਗ ਜਾਂਦਾ, ਬਲਕਿ ਸਵਰਗ ਦੇ ਵਿੱਚ ਆਪਣੇ ਲਈ ਧਨ ਜੋੜੋ। ਤੁਸੀਂ ਧਨ ਨੂੰ ਤੇ ਪਰਮੇਸ਼ਵਰ ਦੋਨਾਂ ਨੂੰ ਲੈ ਕੇ ਨਹੀਂ ਚੱਲ ਸਕਦੇ। ਇੱਕ ਦੇ ਨਾਲ ਮਿਲੇ ਰਹੋਗੇ ਤੇ ਇੱਕ ਦੇ ਖਿਲਾਫ ਹੋਵੋਗੇ। ਹੁਣ ਜਿਹੜਾ ਕਹਿੰਦਾ ਵੀ ਮੈਂ ਸਾਰੇ ਆਤਮਿਕ ਗਿਆਨ ਤੇ ਸਮਝ ਸਹਿਤ ਉਹਦੀ ਇੱਛਾ ਦੇ ਵਿੱਚ ਪਰਿਪੂਰਨ ਹੋ ਗਿਆ, ਜਿਹੜਾ ਇਹ ਦਾਅਵਾ ਕਰੇ ਕਿ ਮੇਰੇ ਉੱਤੇ ਉਹ ਰੌਸ਼ਨੀ ਚਮਕੀ ਹੈ ਜਿਹਦੇ 'ਚ ਸਭ ਕੁਝ ਸਾਫ਼-ਸਾਫ਼ ਨਜ਼ਰ ਆਉਂਦਾ ਹੈ, ਤੇ ਸਾਫ਼-ਸਾਫ਼ ਨਜ਼ਰ ਆਉਣ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕਦੀ। ਫਿਰ ਉਹਨੂੰ ਵਚਨ ਸਿੱਧਾ ਸਿੱਧਾ ਸਮਝ ਆਉਣਾ ਚਾਹੀਦਾ ਆ ਕਿ ਪ੍ਰਭੂ ਯਿਸੂ ਮਸੀਹ ਕਹਿ ਕੇ ਗਿਆ, ਜੇ ਉਹਨੇ ਇੱਥੇ ਹੀ ਬਰਕਤਾਂ ਦੇ ਨਾਲ ਇਨਸਾਨ ਨੂੰ ਨਵਾਜਣਾ ਹੁੰਦਾ, ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਜਾਂਦਾ ਹਾਂ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ, ਫਿਰ ਮੈਂ ਆਵਾਂਗਾ, ਤੁਹਾਨੂੰ ਲੈ ਜਾਵਾਂਗਾ, ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ। ਮੈਂ ਇਸ ਟਾਈਮ ਮੰਨ ਲਓ ਅਮਰੀਕਾ ਦੇ ਵਿੱਚ ਬੈਠਾ, ਮੇਰਾ ਪਾਪਾ ਮੇਰੇ ਨਾਲ ਵਾਅਦਾ ਕਰਕੇ ਜਾਵੇ ਔਰ ਮੈਨੂੰ ਪਾਪੇ ਤੇ ਪੂਰਾ ਭਰੋਸਾ ਹੋਵੇ ਵੀ ਜੋ ਇਹ ਕਹਿੰਦਾ ਨਾ ਉਹ ਇਹ ਕਰਨ ਦੀ ਸਾਮਰਥ ਰੱਖਦਾ। ਮੇਰਾ ਪਾਪਾ ਕਵੇ ਪੁੱਤ ਤੂੰ ਬੈਠ ਤੇ ਮੈਂ ਚੱਲਾਂ ਇੰਡੀਆ, ਮੈਂ ਤੇਰੇ ਲਈ ਵਧੀਆ ਸਥਾਨ ਵਧੀਆ ਜਗ੍ਹਾ ਤਿਆਰ ਕਰਦਾ, ਤੋ ਕਰਕੇ ਫਿਰ ਮੈਂ ਆਵਾਂਗਾ ਤੇ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ। ਹੁਣ ਪਾਪੇ ਤੇ ਪੂਰਾ ਭਰੋਸਾ ਵੀ ਪਾਪਾ ਕਹਿ ਕੇ ਮੁੱਕਰਦਾ ਨਹੀਂ, ਪਾਪਾ ਸਮਰਥੀ ਹੈ, ਪਾਪਾ ਜੋ ਕਰ ਸਕਦਾ ਹੈ, ਜੋ ਕਹਿੰਦਾ ਉਹ ਹਮੇਸ਼ਾ ਕਰਦਾ ਹੈ ਤੇ ਕਰ ਸਕਦਾ ਹੈ। ਤੇ ਫਿਰ ਮੈਂ ਤੇ ਮੂਰਖ ਹੋਵਾਂਗਾ ਵੀ ਮੇਰਾ ਪਾਪਾ ਮੇਰੇ ਲਈ ਏਡੀ ਬਹੁ ਮੁੱਲੇ ਇੱਕ ਚੀਜ਼ ਬਣਾਉਣ ਦੇ ਲਈ ਵਾਅਦਾ ਕਰਕੇ ਗਿਆ ਹੋਵੇ ਤੇ ਮੈਨੂੰ ਇਹ ਵੀ ਪਤਾ ਹੋਵੇ ਵੀ ਉਹ ਬਣਾਉਣ ਦੀ ਸਮਰਥ ਰੱਖਦਾ ਆ, ਤੇ ਫਿਰ ਕੀ ਮੈਂ ਅਮਰੀਕਾ ਦੇ ਵਿੱਚ ਆਪਣੇ ਲਈ ਕੁਝ ਬਣਾਵਾਂਗਾ, ਜਾਂ ਕੀ ਮੈਂ ਅਮਰੀਕਾ ਦੇ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਧਨੀ ਬਣਾਉਣ ਦੇ ਲਈ ਕੋਈ ਉਪਰਾਲਾ ਕਰਾਂਗਾ, ਜਾਂ ਕੀ ਮੈਂ ਐਸੀ ਕੋਈ ਭੱਜ ਦੌੜ ਕਰਾਂਗਾ ਕਿ ਮੈਂ ਇੱਥੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਬੰਦਿਆਂ ਦੇ ਵਿੱਚ ਮੇਰਾ ਨਾਮ ਹੋ ਜਾਵੇ, ਜਾਂ ਕੀ ਮੈਂ ਸ਼ਾਨੋ ਸ਼ੌਕਤ ਦੇ ਪਿੱਛੇ ਭੱਜਾਂਗਾ ਕਿਉਂਕਿ ਮੈਨੂੰ ਤੇ ਪਤਾ। ਔਰ ਫਿਰ ਅਗਲੀ ਗੱਲ ਕੀ ਹੈ, ਭਾਪੇ ਦਾ ਪਤਾ ਕੋਈ ਨਹੀਂ ਕਦੋਂ ਆ ਜਾਵੇ, ਕਿਉਂਕਿ ਸਮਾਂ ਦੱਸ ਕੇ ਨਹੀਂ ਗਿਆ। ਕਹਿੰਦਾ ਜਦੋਂ ਤੁਸੀਂ ਸੋਚਦੇ ਵੀ ਨਹੀਂ ਹੋਵੋਗੇ ਮੈਂ ਉਦੋਂ ਆ ਜਾਊਂਗਾ। ਅੱਜ ਮੈਂ ਇੱਥੇ ਬਿਲੀਅਨ ਟ੍ਰਿਲੀਅਨ ਦਾ ਮਾਲਕ ਹੋ ਜਾਵਾਂ, ਬੜੀਆਂ ਬਿਲਡਿੰਗਾਂ ਬਣਾ ਲਵਾਂ, ਬੜਾ ਕੁਝ ਬਣਾ ਲਵਾਂ, ਬੜੀ ਜਾਇਦਾਦ ਬਣਾ ਲਵਾਂ, ਬੜਾ ਬੈਂਕ ਬੈਲੈਂਸ ਬਣਾ ਲਵਾਂ, ਤੇ ਪਾਪਾ ਮੈਨੂੰ ਲੈਣ ਆ ਜਾਵੇ ਅੱਜ ਹੁਣੇ, ਤੇ ਉਹ ਜਿਹੜਾ ਮੈਂ ਇੱਥੇ ਬਣਾਇਆ ਉਹ ਮੇਰੇ ਕਿਸੇ ਕੰਮ ਦਾ ਹੈਗਾ? ਔਰ ਜਿਹੜਾ ਉਹਨੂੰ ਬਣਾਉਣ ਦੇ ਪਿੱਛੇ ਮੈਂ ਆਪਣਾ ਸਮਾਂ ਬਰਬਾਦ ਕੀਤਾ, ਉਹ ਸਮਾਂ ਅਗਰ ਮੈਂ ਪ੍ਰਭੂ ਦੇ ਨਾਲ ਗੁਜ਼ਾਰਾਂ ਤੇ ਉਹ ਮੇਰੇ ਲਈ ਬਹੁਮੁੱਲੇ ਹੋਵੇਗਾ, ਜਾਂ ਕਿ ਮੈਂ ਸੰਸਾਰ ਦੀਆਂ ਚੀਜ਼ਾਂ ਨੂੰ ਪਾਉਣ ਦੇ ਲਈ ਜਿਹੜਾ ਆਪਣਾ ਟਾਈਮ ਵੇਸਟ ਕਰਾਂ ਉਹ ਮੇਰੇ ਲਈ ਬਹੁਮੁੱਲੇ ਹੋਵੇਗਾ। ਸੋ ਪਿਆਰੇ ਅਜੀਜ਼ੋ, ਰੌਸ਼ਨੀ ਇਸੇ ਲਈ ਚਮਕੀ ਹੈ। ਰੌਸ਼ਨੀ ਦੇ ਚਮਕਣ ਦੇ ਪਿੱਛੇ ਦਾ ਜਿਹੜਾ ਮੇਨ ਕਾਰਨ ਹੈ ਨਾ, ਉਹ ਇਹ ਹੀ ਆ ਵੀ ਅਸੀਂ ਪ੍ਰਭੂ ਦੀ ਇੱਛਾ ਨੂੰ ਸਾਫ਼-ਸਾਫ਼ ਦੇਖ ਸਕੀਏ ਤੇ ਸਮਝ ਸਕੀਏ। ਤੇ ਹੁਣ ਅੱਗੇ ਪੜ੍ਹਦੇ ਹਾਂ, ਤਾਂ ਕਿ ਤੁਹਾਡਾ ਚਾਲ ਚਲਨ ਪ੍ਰਭੂ ਕੇ ਯੋग्य ਹੋ। ਸੋ ਜਿਹੜਾ ਰੌਸ਼ਨੀ ਵਿੱਚ ਆ ਗਿਆ ਉਹਦਾ ਚਾਲ ਚਲਨ ਕਿੱਦਾਂ ਦਾ ਹੋਣਾ ਚਾਹੀਦਾ? प्रभु ਨੂੰ पसंद आने वाला, ताकि तुम्हारा चाल चलन प्रभु के योग्य हो और वह सब प्रकार से पसंद हो। ਅਸੀਂ ਤੇ ਕਦੇ ਕਿਤੇ ਕੋਈ ਇੱਕ ਅੱਧੀ ਗੱਲ ਦੇ ਪਿੱਛੇ ਉਹਨੂੰ ਪ੍ਰਸੰਨ ਕਰ ਦਈਏ ਤੇ ਕਰ ਦਈਏ, ਲੇਕਿਨ ਵਚਨ ਕੀ ਦੱਸਦਾ, ਜਿਹੜਾ ਰੌਸ਼ਨੀ ਦੇ ਵਿੱਚ ਆਇਆ ਤੇ ਰੌਸ਼ਨੀ ਦੇ ਵਿੱਚ ਚੱਲਦਾ ਆ, ਉਤੋਂ ਪਰਮੇਸ਼ਵਰ ਕੀ ਆਸ਼ਾ ਰੱਖਦਾ ਆ ਕਿ ਉਹ ਇਸ ਤਰ੍ਹਾਂ ਚੱਲੇ ਔਰ ਤਾਂ ਕਿ ਪਰਮੇਸ਼ਵਰ ਹਰ ਪ੍ਰਕਾਰ ਦੇ ਨਾਲ ਉਤੋਂ खुश होवे और तुम्हें हर प्रकार के भले कामों का फल लगे। सो जिहड़ा रोशनी च आया ਉਹਦੇ ਲਈ ਪ੍ਰਭੂ ਦੀ ਇਹ ਇੱਛਾ ਹੈ ਕਿ ਉਹ ਐਸਾ ਹੋਵੇ ਕਿ ਉਹਦੇ ਵਿੱਚ ਹਰ ਪ੍ਰਕਾਰ ਦੇ ਭਲੇ ਕੰਮ ਦਾ ਫਲ ਨਜ਼ਰ ਆਵੇ और परमेश्वर की पहचान में बढ़ते जाओ। वो फिर परमेश्वर की पहचान दे विच वधन वाला मनुख होना चाहिए, जिहड़ा रोशनी विच आ गया है ते जिन्हों उन्हें अंधकार दे विचों छुड़ा लिया है। 11वीं आयत, और उसकी महिमा की शक्ति के अनुसार
सब प्रकार की सामर्थ्य से बलवंत होते जाओ, ताकि आनंद के साथ हर प्रकार से धीरज और सहनशीलता दिखा सको। ਹੁਣ ਵਚਨ ਤੇ ਕਹਿੰਦਾ ਵੀ ਉਹਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਹਰ ਪ੍ਰਕਾਰ ਦੀ ਸਮਰਥ ਦੇ ਨਾਲ ਬਲਵੰਤ ਹੋਣਾ ਹੈ। ਔਰ ਇਹ ਜ਼ੋਰ ਇਸ ਲਈ ਫੜਨਾ ਹੈ ਕਿ ਅਸੀਂ ਹਰੇਕ ਉਸ ਚੁਣੌਤੀ ਦਾ ਜਿਹੜੀ ਸੰਸਾਰ ਦੇ ਵਿੱਚ ਸਾਡੇ ਸਾਹਮਣੇ ਆ ਕੇ ਖੜੀ ਹੋਵੇ, ਅਸੀਂ ਉਹਦਾ ਬਹੁਤ ਦਲੇਰੀ ਦੇ ਨਾਲ ਸਾਹਮਣਾ ਕਰ ਸਕੀਏ। ਲੇਕਿਨ ਹੁੰਦਾ ਕੀ ਹੈ ਭਲਾ? ਸਾਡਾ ਤੇ ਰੋਣਾ ਧੋਣਾ ਹੀ ਖਤਮ ਨਹੀਂ ਹੁੰਦਾ। ਹਰ ਐਤਵਾਰ ਸਾਡੀ ਕੋਈ ਨਾ ਕੋਈ ਖੁਆਇਸ਼, ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਜਿਹਨੂੰ ਲੈ ਕੇ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਜਾਂਦੇ ਹਾਂ। ਅਸੀਂ ਇਹ ਤੇ ਕਦੇ ਫੈਸਲਾ ਲੈ ਕੇ ਕਦੇ ਜਾਂਦੇ ਹੀ ਨਹੀਂ ਕਿ ਅੱਜ ਮੈਂ ਆਪਣੀ ਕੋਈ ਇੱਛਾ ਲੈ ਕੇ ਨਹੀਂ ਪ੍ਰਭੂ ਦੀ ਹਜ਼ੂਰੀ 'ਚ ਜਾਣਾ। ਅੱਜ ਮੈਂ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਆ, ਉਹਨੂੰ ਇਹ ਪੁੱਛਣਾ ਆ, ਪ੍ਰਭੂ ਤੂੰ ਦੱਸ ਤੇਰੀ ਮੇਰੇ ਲਈ ਕੀ ਇੱਛਾ ਹੈ। ਹੁਣ ਤੇ ਸੇਵਕ ਚਰਚਾ 'ਚ ਲੋਕਾਂ ਨੂੰ ਬੁਲਾਉਂਦਾ, ਇਸ ਲਈ ਆ ਜਾਓ ਆ ਜਾਓ, ਆਸ਼ੀਸ਼ਾਂ ਬਰਕਤਾਂ, ਬਾਰਿਸ਼ ਹੋਣ ਵਾਲੀ, ਆ ਜਾਓ। ਅੱਜ ਬਿਮਾਰ ਸਾਰੇ ਚੰਗੇ ਹੋ ਜਾਣਗੇ, ਆ ਜਾਓ। ਅੱਜ ਲਾਚਾਰੀਆਂ ਦੂਰ ਹੋ ਜਾਣਗੀਆਂ, ਆ ਜਾਓ। ਅੱਜ ਚਮਤਕਾਰ ਹੋਣਗੇ, ਆ ਜਾਓ। ਇਹ ਤੇ ਸਾਰਾ ਕੁਝ ਸਾਡੇ ਲਈ ਹੈ। ਇਹ ਅਗਰ ਅਸੀਂ ਇਦਾਂ ਦਾ ਮਾਦਾ ਲੈ ਕੇ ਰੋਸ਼ਨੀ ਦੇ ਵਿੱਚ ਚੱਲਦੇ ਆ, ਤੇ ਫਿਰ ਅੰਧਕਾਰ ਵਿੱਚ ਚੱਲਣ ਵਾਲਿਆਂ 'ਚ ਤੇ ਸਾਡੇ ਵਿੱਚ ਫਰਕ ਕੀ ਆ? ਚਾਦਰ ਚੜਾਉਣ ਵਾਲੇ ਦਾ ਜੀਵਨ ਵੀ ਇਦਾਂ ਦਾ ਹੀ, ਦੀਵਾ ਜਗਾਉਣ ਵਾਲੇ ਦਾ ਜੀਵਨ ਵੀ ਇਦਾਂ ਦਾ ਹੀ, ਰਿੜ ਰਿੜ ਕੇ ਤੇ ਪਹਾੜਾਂ ਉੱਤੇ ਜਾਣ ਵਾਲੇ ਦਾ ਜੀਵਨ ਵੀ ਇਦਾਂ ਦਾ ਹੀ, ਤੇ ਮਸੀਤ ਦੇ ਵਿੱਚ ਜਾਣ ਵਾਲੇ ਦਾ ਜੀਵਨ ਵੀ ਉਦਾਂ ਦਾ ਹੀ, ਤੇ ਗੁਰਦੁਆਰੇ ਵਿੱਚ ਜਾਣ ਵਾਲੇ ਦਾ ਜੀਵਨ ਵੀ ਉਦਾਂ ਦਾ ਹੀ, ਮੰਦਰ ਦੇ ਟੱਲ ਵਜਾਉਣ ਵਾਲੇ ਦਾ ਜੀਵਨ ਵੀ ਉਦਾਂ ਦਾ ਹੀ, ਤੇ ਚਰਚ ਦੇ ਟੱਲ ਵਜਾਉਣ ਵਾਲੇ ਦਾ ਜੀਵਨ ਵੀ ਉਦਾਂ ਦਾ ਹੀ। ਤੇ ਫਿਰ ਫਰਕ ਕਿੱਥੇ? ਰੌਸ਼ਨੀ ਦੀ ਸੰਤਾਨ ਤੇ ਅੰਧਕਾਰ ਦੀ ਸੰਤਾਨ ਦੇ ਵਿੱਚ ਫਿਰ ਫਰਕ ਕਿੱਥੇ? ਰੌਸ਼ਨੀ ਦੀ ਸੰਤਾਨ ਅੰਧਕਾਰ ਦੀ ਸੰਤਾਨ ਦੇ ਨਾਲੋਂ ਅਲੱਗ ਤੇ ਦਿਸੇ ਨਾ ਕਿਸੇ ਚੀਜ਼ ਦੇ ਵਿੱਚ ਤੇ ਅਲੱਗ ਦਿਸੇ। ਵਿਚਾਰਾ ਪਾਸਟਰ ਭੁੱਖਾ ਵੀ ਰਹਿੰਦਾ, ਰੋਜ਼ਾ ਵੀ ਰੱਖਦਾ, ਤੇ ਉਹਦੇ ਵਿੱਚ ਉਹਦੀ ਪ੍ਰਾਰਥਨਾ ਦਾ ਵਿਸ਼ਾ ਕੀ ਹੁੰਦਾ? ਪ੍ਰਭੂ ਜੀ ਐਤਵਾਰ ਨੂੰ ਤੇਰੇ ਪੁਲਪਟ ਤੇ ਖੜੇ ਹੋਣਾ ਆ, ਤੇ ਬਸ ਚਮਤਕਾਰਾਂ ਦੀ ਬਾਰਿਸ਼ ਹੋ ਜਾਵੇ, ਲੋਕਾਂ ਨੂੰ ਆਸ਼ੀਸ਼ਾਂ ਬਰਕਤਾਂ ਮਿਲ ਜਾਣ, ਲੋਕਾਂ ਨੂੰ ਚੰਗਿਆਈਆਂ ਪ੍ਰਦਾਨ ਹੋ ਜਾਣ, ਲੋਕਾਂ ਦੇ ਵੀਜ਼ੇ ਲੱਗ ਜਾਣ, ਲੋਕਾਂ ਦੀਆਂ ਕੋਠੀਆਂ ਬੰਗਲੇ ਪੈ ਜਾਣ। ਆਹ ਕੁਛ ਕੀ ਸਾਨੂੰ ਨਵਾਂ ਜਨਮ ਇਸੇ ਲਈ ਮਿਲਿਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਖੋਜੀ ਹੋਈਏ, ਜਾਂ ਕਿ ਨਵਾਂ ਜੀਵਨ ਸਾਨੂੰ ਇਸ ਲਈ ਮਿਲਿਆ ਕਿ ਅਸੀਂ ਉਸ ਪ੍ਰਭੂ ਦੀ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦਈਏ, ਜਿਹੜਾ ਸਾਡੇ ਨਾਲ ਵਾਅਦਾ ਕਰਕੇ ਗਿਆ, ਮੈਂ ਜਾਂਦਾ ਤਾਂ ਕਿ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਤੇ ਮੈਂ ਫਿਰ ਮੁੜ ਕੇ ਆਵਾਂਗਾ, ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ, ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਤੇ ਜਿਹਨਾਂ ਨੂੰ ਇਹ ਗੱਲ ਸਮਝ ਆ ਗਈ, ਉਹਨਾਂ ਦੇ ਵਿਖੇ ਹਰ ਵਾਰ ਅਸੀਂ ਕਹਿੰਦੇ ਹਾਂ ਕਿ ਸੰਤ ਪਲੂਸ ਕਹਿੰਦਾ, ਬੜੇ ਦੁੱਖ ਸਹਿ ਸਹਿ ਕੇ ਅਸੀਂ ਉਹਦੀ ਬਾਦਸ਼ਾਹਤ ਦੇ ਵਿੱਚ ਦਾਖਲ ਹੋਣਾ। ਅੱਜ ਸਾਨੂੰ ਸਿਖਾਇਆ ਜਾ ਰਿਹਾ ਰੌਸ਼ਨੀ ਵਿੱਚ ਆਇਆਂ ਨੂੰ ਕਿ ਆਪਾਂ ਤੇ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿ ਕੇ ਉਹਦੇ ਰਾਜ 'ਚ ਦਾਖਲ ਹੋਣਾ। ਅੱਜ ਰੌਸ਼ਨੀ 'ਚ ਆਇਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਆਪਾਂ ਤੇ ਬੈਂਕ ਬੈਲੈਂਸ ਭਰ ਭਰ ਕੇ ਉਹਦੇ ਰਾਜ 'ਚ ਦਾਖਲ ਹੋਣਾ। ਅੱਜ ਰੌਸ਼ਨੀ ਵਿੱਚ ਆਏ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਆਪਾਂ ਤੇ ਦੁਨੀਆ ਦੇ ਬਹੁਤ ਧਨਵਾਨ ਬਣ ਕੇ ਉਹਦੇ ਰਾਜ 'ਚ ਦਾਖਲ ਹੋਣਾ। ਅੱਜ ਕਲੀਸਿਆ ਨੂੰ ਸਿਖਾਇਆ ਜਾ ਰਿਹਾ ਆਪਾਂ ਤੇ ਬੜੇ ਸੁੱਖ ਆਨੰਦ ਔਰ ਆਪਣੀਆਂ ਸਾਰੀਆਂ ਬਿਲਾਸ਼ਾਵਾਂ ਨੂੰ ਪੂਰਾ ਕਰਕੇ ਉਹਦੇ ਰਾਜ 'ਚ ਦਾਖਲ ਹੋਣਾ ਹੈ। ਸੋ ਵਚਨ ਕਹਿੰਦਾ ਵੀ ਬੜੇ ਦੁੱਖ ਸਹਿ ਕੇ ਹੋਣਾ। ਹੁਣ ਜਾਂ ਤੇ ਵਚਨ ਦੀ ਮੰਨ ਲਈਏ, ਤੇ ਜਾਂ ਫਿਰ ਇਹਨਾਂ ਦੀ ਮੰਨ ਲਈਏ ਜਿਹੜੇ ਫਿਰ ਸਾਨੂੰ ਇਹਨਾਂ ਰਾਹਾਂ ਦੇ ਉੱਤੇ ਲਾ ਰਹੇ ਆ। ਸੋ ਬਚਾਉਣਾ ਤੇ ਵਚਨ ਨੇ ਆ। ਮੈਂ ਥੋੜੀ ਕਿਸੇ ਨੂੰ ਬਚਾ ਸਕਦਾ, ਮੇਰੀ ਕੀ ਔਕਾਤ ਹੈ? ਮੈਂ ਤੇ ਮਿੱਟੀ ਆ ਤੁਹਾਡੇ ਵਾਂਗੂ, ਤੇ ਜਿੱਦਾਂ ਤੁਸੀਂ ਮਿੱਟੀ ਤੇ ਮਿੱਟੀ ਵਿੱਚ ਮਿਲ ਜਾਣਾ, ਉਦਾਂ ਹੀ ਮੈਂ ਮਿਲ ਜਾਣਾ। ਪਰ ਜੇ ਤੁਸੀਂ ਵਚਨ ਨੂੰ ਸਮਝ ਗਏ, ਤੇ ਵਚਨ ਤੁਹਾਨੂੰ ਮਿੱਟੀ ਵਿੱਚ ਨਹੀਂ ਮਿਲਣ ਦਊਗਾ। ਵਚਨ ਤੁਹਾਨੂੰ ਮਿੱਟੀ ਦੇ ਵਿੱਚ ਮਿਲਣ ਨਹੀਂ ਦਊਗਾ। ਤਾਂ ਭਾਵ ਇਹ ਆ ਕਿ ਅਗਰ ਅੱਜ ਪ੍ਰਭੂ ਯਿਸੂ ਮਸੀਹ ਆ ਜਾਵੇ, ਤੇ ਧਿਆਨ ਰੱਖੋ, ਲਿਖਿਆ ਜਿਹੜੇ ਉਸ ਵਕਤ ਜਿਉਂਦੇ ਹੋਣਗੇ ਉਹ ਅੱਖ ਝਪਕਦੇ ਸਾਰ ਹੋਰ ਹੋਏ। ਤਿਆਰੀ ਤਾਂ ਸਾਡੀ ਇਦਾਂ ਦੀ ਹੋਣੀ ਚਾਹੀਦੀ।
ਦੂਸਰੇ ਸਾਡੇ ਸਾਹਮਣੇ ਆਪਸ਼ਨ ਆ ਜਾਂਦਾ ਵੀ ਫਿਰ ਜੇ ਅਸੀਂ ਮਿੱਟੀ ਦੇ ਵਿੱਚ ਮਿਲ ਵੀ ਗਏ ਤੇ ਸਾਡਾ ਆਤਮਾ ਜਿਹੜਾ ਆ ਉਹ ਨਹੀਂ ਉਸ ਜਗ੍ਹਾ ਤੇ ਜਾਂਦਾ ਜਿੱਥੇ ਉਹ ਲੋਕ ਜਾਂਦੇ ਜਿਹੜੇ ਅੰਧਕਾਰ ਦੇ ਵਿੱਚ ਜੀਵਨ ਜਿਉਂਦੇ ਆ। ਸੋ ਸਮਝਾਉਣਾ ਹੈ ਹਰ ਚੀਜ਼ ਦੀ ਬਰੀਕੀ ਨੂੰ, ਇੱਕ ਸੇਵਕ ਦਾ ਕੰਮ ਹੈ। ਵਚਨ ਦੀ ਇੱਕ ਇੱਕ ਆਇਤ, ਉਹਦੇ ਇੱਕ ਇੱਕ ਸ਼ਬਦ ਨੂੰ ਕਲੀਸਿਆ ਨੂੰ ਸਮਝਾਉਣਾ ਪੂਰੀ ਤਰ੍ਹਾਂ, ਤਾਂ ਕਿ ਕਲੀਸਿਆ ਉਸ ਜਲਾਲੀ ਪ੍ਰਭੂ ਯਿਸੂ ਮਸੀਹ ਦੀ ਮਾਨਿਦ ਹੋ ਸਕੇ ਜਿਹਨੇ ਲੈਣ ਆਉਣਾ ਆ। ਤੇ ਉਹਨੇ ਜਦੋਂ ਲੈਣ ਆਉਣਾ, ਜਿਹੜਾ ਉਹਦੇ ਵਰਗਾ ਹੋਇਆ ਉਹਨੇ ਜਾਣਾ ਹੀ। ਹੁਣ ਆਪਾਂ ਬੈਠੇ ਹੋਈਏ ਥੀਏਟਰ ਦੇ ਵਿੱਚ ਫਿਲਮ ਦੇਖਣ ਗਏ ਹੋਈਏ, ਹਾਂਜੀ, ਤੇ ਪ੍ਰਭੂ ਯਿਸੂ ਮਸੀਹ ਦੀ ਆਮਦ ਹੋ ਜਾਵੇ ਤੇ ਫਿਰ ਫਿਲਮ ਦੇਖਦੇ ਦੇਖਦੇ ਚੁੱਕੇ ਜਾਵਾਂਗੇ ਨਾ। ਆਪਾਂ ਕਿਸੇ ਵਿਆਹ ਸ਼ਾਦੀ 'ਚ ਗਏ ਹੋਈਏ, ਉੱਥੇ ਨਾਚ ਰੰਗ ਚੱਲ ਰਿਹਾ ਹੋਵੇ, ਉੱਥੇ ਸਿੱਧੂ ਮੂਸੇਵਾਲੇ ਦਾ ਲੱਗਿਆ ਹੋਵੇ ਗਾਣਾ, ਤੇ ਆਪਾਂ ਪੈਗ ਦੋ ਲਾ ਕੇ ਤੇ ਉੱਥੇ ਦੁਨੀਆ ਦੇ ਰੰਗ 'ਚ ਰੰਗੇ ਹੋਈਏ, ਤੇ ਉਧਰੋਂ ਪ੍ਰਭੂ ਯਿਸੂ ਮਸੀਹ ਦੀ ਆਮਦ ਹੋ ਜਾਵੇ, ਉਹ ਆ ਜਾਵੇ ਆਪਣੇ ਲੋਕਾਂ ਨੂੰ ਲੈਣ ਵਾਸਤੇ, ਤੇ ਫਿਰ ਵਿਆਹ ਦੇ ਵਿੱਚੋਂ ਚੱਕੇ ਜਾਵਾਂਗੇ ਨਾ। ਆਪਣੇ ਦਿਲ ਤੇ ਕਦੀ ਹੱਥ ਰੱਖ ਕੇ ਆਪਣੇ ਆਪ ਕੋਲੇ ਪੁੱਛੀਏ, ਅਸੀਂ ਕਿੱਥੇ ਖੜੇ ਹਾਂ? ਅਸੀਂ ਕੀ ਕਰ ਰਹੇ ਹਾਂ? ਅਸੀਂ ਕਿਸ ਪਾਸੇ ਨੂੰ ਤੁਰ ਪਏ ਹਾਂ? ਸਾਨੂੰ ਪ੍ਰਭੂ ਨੇ ਕਿਸ ਲਈ ਬੁਲਾਇਆ ਆ, ਤੇ ਅਸੀਂ ਕੀ ਕਰਨ ਰਹੇ ਹਾਂ? ਸੋ ਪਿਆਰੇ ਜੀਜੋ, ਵਾਅਦਾ ਕਰਨ ਵਾਲਾ ਵਫਾਦਾਰ ਆ ਤੇ ਕਹਿ ਕੇ ਮੁੱਕਰਦਾ ਨਹੀਂ। ਤੇ ਇਸ ਲਈ ਸਾਨੂੰ ਚਾਹੀਦਾ, ਜਿਹਨੇ ਆਪਣੇ प्यारे पुत्र की महिमा च बुलाया, की लिखा 11 आयत च, और उसकी महिमा की शक्ति के अनुसार सब प्रकार की सामर्थ्य से बलवंत होते जाओ, यहाँ तक के आनंद के साथ हर प्रकार से धीरज और सहनशीलता दिखा सको, और पिता का धन्यवाद करते रहो जिसने हमें इस योग्य बनाया कि ज्योति में पवित्र लोगों के साथ मिरास में सहभागी हों। ਧੰਨਵਾਦ ਸਾਡੇ ਕੋਲ ਪਿਤਾ ਦਾ ਕਰਨ ਦੀ ਵਜ੍ਹਾ ਕੀ ਹੈ ਭਲਾ? ਧੰਨਵਾਦ ਇਸ ਕਰਕੇ ਨਹੀਂ ਕਰਨਾ ਕਿ ਪ੍ਰਭੂ ਤੂੰ ਮੈਨੂੰ ਗੱਡੀ ਦੇਤੀ ਤੇ ਤੇਰਾ ਧੰਨਵਾਦ, ਤੂੰ ਮੇਰੀ ਕੋਠੀ ਪਵਾ ਦਿੱਤੀ ਤੇ ਤੇਰਾ ਧੰਨਵਾਦ, ਬੈਂਕ 'ਚ ਕੁਛ ਨਹੀਂ ਤੇ ਬੈਂਕ ਭਰ ਦਿੱਤੀ ਤੇ ਤੇਰਾ ਧੰਨਵਾਦ, ਨਿਆਣਿਆਂ ਨੇ PhD ਕਰ ਲਈ ਆ ਤੇ ਉਹ ਡਾਕਟਰ ਇੰਜੀਨੀਅਰ ਬਣ ਗਏ ਆ, ਤੇਰਾ ਧੰਨਵਾਦ। ਇਹ ਧੰਨਵਾਦ ਯਾਦ ਰੱਖੋ ਪਰਮੇਸ਼ਵਰ ਦੇ ਹਜ਼ੂਰ ਕਬੂਲ ਨਹੀਂ ਹੋਣਾ। ਕਈ ਇੱਥੇ ਅਗਿਆਨਤਾ ਦਾ ਮੇਰੇ ਨਾਲ ਪ੍ਰਸ਼ਨ ਕਰ ਲੈਂਦੇ, ਕਹਿੰਦੇ ਫਿਰ ਕੀ ਪ੍ਰਭੂ ਦੇ ਚ ਆ ਕੇ ਗਰੀਬ ਹੀ ਰਹੀਏ? ਨਹੀਂ, ਇਹ ਵੀ ਵਿਸ਼ਾ ਨਿਗਾ ਕਿ ਕੀ ਅਸੀਂ ਪ੍ਰਭੂ ਦੇ ਵਿੱਚ ਆ ਕੇ ਗਰੀਬ ਰਹੀਏ। ਅਸੀਂ ਗਰੀਬ ਰਹੀਏ ਜਾਂ ਅਮੀਰ ਰਹੀਏ, ਸਾਡਾ ਇਹ ਵਿਸ਼ਾ ਹੀ ਨਿਗਾ। ਵਿਸ਼ਾ ਇਹ ਹੈ ਤੇਰੀ ਇੱਛਾ ਪੂਰੀ ਹੋਵੇ। ਗਰੀਬੀ ਵਿਸ਼ਾ ਨਹੀਂ, ਗਰੀਬ ਰਹਿਣਾ ਵਿਸ਼ਾ ਨਹੀਂ, ਅਮੀਰੀ ਵਿਸ਼ਾ ਨਹੀਂ, ਅਮੀਰ ਹੋਣਾ ਵੀ ਵਿਸ਼ਾ ਨਹੀਂ, ਬਲਕਿ ਵਚਨ ਕੀ ਸਿਖਾਉਂਦਾ ਆ ਕਿ ਤੇਰੀ ਇੱਛਾ ਪੂਰੀ ਹੋਵੇ। ਪ੍ਰਭੂ ਬਣਾਵੇ ਸਾਨੂੰ ਅਰਬਪਤੀ ਖਰਬਪਤੀ, ਸਾਨੂੰ ਜਹਾਜ਼ ਦੇਵੇ, ਸਾਨੂੰ ਸ਼ਿਪ ਦੇਵੇ, ਸਾਨੂੰ ਮਹਿਲ ਦੇਵੇ, ਜੇ ਉਹਦੀ ਆਪਣੀ ਯੋਜਨਾ। ਲੇਕਿਨ ਜੇ ਇਹਨਾਂ ਚੀਜ਼ਾਂ ਨੂੰ ਪਾਉਣ ਲਈ ਅਸੀਂ ਤਰਲੋ ਮੱਛੀ ਹੋ ਰਹੇ ਹਾਂ, ਜੇ ਸਾਡੀ ਪ੍ਰਾਰਥਨਾ ਦਾ ਵਿਸ਼ਾ ਇਹ, ਸਾਡਾ ਚਰਚ 'ਚ ਜਾਣ ਦਾ ਵਿਸ਼ਾ ਇਹ, ਸਾਡੀ ਬੰਦਗੀ ਕਰਨ ਦਾ ਵਿਸ਼ਾ ਇਹ, ਸਾਡੀ ਭਗਤੀ ਕਰਨ ਦਾ ਵਿਸ਼ਾ ਇਹ, ਤੇ ਫਿਰ ਲਾਹਨਤ ਆ ਸਾਡੇ ਉੱਤੇ। ਸਾਡਾ ਵਿਸ਼ਾ ਇਹ ਨਹੀਂ, ਸਾਡਾ ਵਿਸ਼ਾ ਉਹਦੇ ਧਰਮ ਤੇ ਰਾਜ ਦੀ ਖੋਜ ਕਰਨਾ ਹੈ। ਉਹਨੇ ਕਿਵੇਂ ਰੱਖਣਾ ਹੈ, ਕਿਵੇਂ ਸਾਡੀ ਜ਼ਰੂਰਤ ਨੂੰ ਪੂਰਾ ਕਰਨਾ, ਇਹ ਉਹਦਾ ਵਿਸ਼ਾ ਹੈ। ਏਲੀਜਾ ਦਾ ਵਿਸ਼ਾ ਨਹੀਂ ਕਿ ਮੈਂ ਆਪ ਹੀ ਕਿਤੇ ਕਹਿ ਕੇ ਤੇ ਨਹੀਂ ਫਸ ਗਿਆ, ਇਹ ਏਲੀਜਾ ਦਾ ਵਿਸ਼ਾ ਨਹੀਂ। ਏਲੀਜਾ ਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਮੈਂ ਆਪ ਹੀ ਕਹਿ ਦਿੱਤਾ ਕਿ ਮੇਰੇ ਸ਼ਬਦ ਤੋਂ ਬਿਨਾਂ ਨਾ ਬਾਰਿਸ਼ ਹੋਵੇਗੀ, ਨਾ ਔਂਸ ਦੀ ਇੱਕ ਬੂੰਦ ਪਵੇਗੀ, ਮੈਂ ਕਿੱਥੇ ਰਹਿਣਾ। ਏਲੀ ਦਾ ਵਿਸ਼ਾ ਨਹੀਂ। ਖੁਦਾ ਨੇ ਉਹਦੇ ਅੰਦਰ, ਜਿੱਦਾਂ ਅਸੀਂ ਪੜ੍ਹਿਆ
उसकी महिमा की शक्ति के अनुसार सब प्रकार की सामर्थ से बलवंत होते जाओ। ਉਹ ਜਿਹੜਾ ਸਾਮਰਥ ਦੇ ਨਾਲ ਬਲਵੰਤ ਹੈ ਨਾ, ਉਹਦੇ ਮਨ ਦੇ ਵਿੱਚ ਪਵਿੱਤਰ ਆਤਮਾ ਨੇ ਪਾਇਆ, ਕਹਿ ਦੇ ਬਾਦਸ਼ਾਹ ਦੇ ਸਾਹਮਣੇ, ਤੇ ਉਹਨੇ ਕਹਿ ਦਿੱਤਾ। ਮੰਨ ਕੇ ਚਲੋ ਪ੍ਰਭੂ ਦਾ ਆਤਮਾ ਮੈਨੂੰ ਕਵੇ ਕਿ ਨਿਊਯਾਰਕ ਦੇ ਮੇਅਰ ਨੂੰ ਕਹਿ ਦੇ ਕਿ ਸਵੇਰੇ ਨਿਊਯਾਰਕ ਸ਼ਹਿਰ ਡੁੱਬਣ ਵਾਲਾ ਹੈ, ਇਹਨੇ ਡੁੱਬ ਜਾਣਾ। ਹੁਣ ਜੇ ਪ੍ਰਭੂ ਨੇ ਮੈਨੂੰ ਕਿਹਾ ਕਿ ਕਹਿ ਦੇ, ਤੇ ਮੇਰਾ ਫਰਜ਼ ਕੀ ਬਣਦਾ? ਮੈਂ ਕਹਿ ਦੇਵਾਂ ਵੀ ਭਾਈ ਨਿਊਯਾਰਕ ਸ਼ਹਿਰ ਸਵੇਰੇ ਡੁੱਬ ਜਾਣਾ। ਹੁਣ ਮੈਂ ਵੀ ਤਾਂ ਨਿਊਯਾਰਕ ਦੇ ਵਿੱਚ ਹੀ ਰਹਿ ਰਿਹਾ, ਤੇ ਮੇਰੇ ਲਈ ਇਹ ਵਿਸ਼ਾ ਨਹੀਂ ਪ੍ਰਭੂ। ਤੂੰ ਕਹਿ ਰਿਹਾ ਆ ਕਿ ਨਿਊਯਾਰਕ ਸ਼ਹਿਰ ਸਵੇਰੇ ਡੁੱਬ ਜਾਵੇ, ਤੇ ਜਾ ਕੇ ਕਹਿ ਦੇ, ਤੇ ਮੈਂ ਕਹਿ ਦਿੰਦਾ। ਮੈਂ ਕਿੱਥੇ ਰਹਿਣਾ? ਕੀ ਤੂੰ ਇਸ ਸ਼ਹਿਰ ਦੇ ਨਾਲ ਮੈਨੂੰ ਵੀ ਡੁਬਾਉਣ ਵਾਲਾ? ਮੈਂ ਕਿੱਥੇ ਜਾਵਾਂ? ਮੇਰਾ ਇਹ ਸਵਾਲ ਨਹੀਂ ਹੋਣਾ ਚਾਹੀਦਾ। ਜਿਹੜਾ ਰੌਸ਼ਨੀ ਦੇ ਵਿੱਚ ਆ, ਉਹਦਾ ਇਹ ਸਵਾਲ ਨਹੀਂ ਕਿ ਮੇਰੇ ਬਾਰੇ ਕੀ ਸੋਚਿਆ। ਜਦੋਂ ਅਸੀਂ ਇਹ ਸ਼ਬਦ ਦਾ ਸਹਾਰਾ ਲੈ ਲੈਣਾ, ਪ੍ਰਭੂ ਮੇਰੇ ਬਾਰੇ ਕੀ ਸੋਚਿਆ, ਸਮਝ ਲਓ ਨਵਾਂ ਜਨਮ ਪਾਇਆ ਹੀ ਨਹੀਂਗਾ। ਨਵੇਂ ਜਨਮ ਦਾ ਫਿਰ ਗਿਆਨ ਹੀ ਨਹੀਂਗਾ, ਜਦੋਂ ਅਸੀਂ ਇਹ ਸਵਾਲ ਕਰਤਾ ਕਿ ਮੇਰੇ ਬਾਰੇ ਕੀ ਸੋਚਿਆ। ਉਹਨੇ ਮੇਰੇ ਬਾਰੇ ਕੀ ਸੋਚਿਆ, ਇਹ ਸੋਚਣਾ ਮੇਰਾ ਵਿਸ਼ਾ ਨਹੀਂ। ਉਹਨੇ ਮੈਨੂੰ ਕੀ ਕਿਹਾ ਆ, ਉਹ ਕਹਿਣਾ ਮੇਰਾ ਵਿਸ਼ਾ ਹੈ। ਜੋ ਕਹਿ ਦਿੰਦਾ ਕਿ ਕਹਿ ਦੇ, ਤੇ ਕਹਿ ਦੇਣਾ ਹੈ, ਬਸ ਦੈਟਸ ਇਟ। ਏਲੀਜਾ ਨੂੰ ਕਿਹਾ, ਉਹਨੇ ਕਹਿ ਦਿੱਤਾ, ਬਾਦਸ਼ਾਹ ਮੇਰੇ ਸ਼ਬਦ ਤੋਂ ਬਿਨਾ ਨਾ ਬਾਰਿਸ਼ ਹੋਵੇਗੀ ਤੇ ਨਾ ਔਂਸ ਦੀ ਇੱਕ ਬੂੰਦ ਪਵੇਗੀ। ਬਸ ਕਹਿ ਦਿੱਤਾ। ਅੱਗੇ ਹੁਣ ਖੁਦਾ ਹੀ ਏਲੀਜਾ ਨੂੰ ਕਹਿ ਰਿਹਾ, ਇੱਥੋਂ ਉੱਠ, ਜਾ ਕੇ ਨਾਲੇ ਉੱਤੇ ਬੈਠ ਜਾ। ਏਲੀਜਾ ਉੱਠਿਆ, ਨਾਲੇ ਉੱਤੇ ਬੈਠ ਗਿਆ। ਏਲੀਜਾ ਦਾ ਕੋਈ ਸਵਾਲ ਨਹੀਂ, ਨਾਲੇ ਉੱਤੇ ਕਾਹਦੇ ਲਈ ਬਿਠਾਉਣਾ, ਕਿਉਂ ਬਿਠਾਉਣਾ, ਕਿੰਨੀ ਦੇਰ ਬਿਠਾਉਂ, ਜੇ ਉੱਥੋਂ ਵੀ ਪਾਣੀ ਖਤਮ ਹੋ ਗਿਆ ਤੇ ਫਿਰ ਕੀ ਹੋਵੇਗਾ। ਇਹ ਏਲੀਜਾ ਦੀ ਚਿੰਤਾ ਦਾ ਵਿਸ਼ਾ ਨਹੀਂ। ਪਿਆਰੇ ਅਜੀਜ਼ੋ, ਜਿਹਨੇ ਨਵਾਂ ਜਨਮ ਪਾ ਲਿਆ, ਉਹਦੇ ਅੰਦਰ ਇਹ ਚਿੰਤਾ ਦੇ ਵਿਸ਼ੇ ਨਹੀਂ ਕਿ ਮੇਰਾ ਕੀ ਬਣੂ, ਮੇਰਾ ਕੀ ਹਾਲ ਹੋ, ਮੇਰੇ ਨਾਲ ਕੀ ਗੁਜ਼ਰੂਗਾ। ਇਹ ਵਿਸ਼ਾ ਨਹੀਂ, ਇਹ ਵਿਸ਼ਾ ਨਹੀਂ। ਕਿਉਂ? ਕਿਉਂਕਿ ਉਹਨੇ ਲਿਖ ਕੇ ਦਿੱਤਾ, ਜੰਗਲ ਦੇ ਵਿੱਚ ਸ਼ੇਰ ਦੀ ਸੰਤਾਨ ਨੂੰ ਕਮੀ ਹੋ ਸਕਦੀ ਹੈ, ਸ਼ੇਰ ਦੀ ਸੰਤਾਨ ਨੂੰ ਘਟੀ ਹੋ ਸਕਦੀ ਹੈ, ਪਰ ਮੇਰੇ ਤਾਲਬਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਤੇ ਸਾਨੂੰ ਉਹਦੇ ਵਚਨ ਦੇ ਉੱਤੇ ਇਹ ਭਰੋਸਾ ਹੋਣਾ ਚਾਹੀਦਾ ਹੈ। ਹੁਣ ਉਹ ਤਾਲਬਾਂ ਨੂੰ ਭੁੱਖੇ ਵੀ ਰੱਖਦਾ ਆ, ਤਾਲਬਾਂ ਨੂੰ ਪਿਆਸੇ ਵੀ ਰੱਖਦਾ ਹੈ, ਤਾਲਬਾਂ ਨੂੰ ਤਕਲੀਫਾਂ ਦੇ ਵਿੱਚੋਂ ਗੁਜ਼ਰਨ ਦਿੰਦਾ ਹੈ। ਤੇ ਹੁਣ ਤਾਲਬ ਕਹਿਣ ਵੀ ਨਾ ਜੀ, ਤੁਸੀਂ ਤੇ ਪ੍ਰਭੂ ਕਿਹਾ ਸੀਗਾ ਕਿ ਜੰਗਲ ਦੇ ਵਿੱਚ ਸ਼ੇਰ ਦੀ ਸੰਤਾਨ ਨੂੰ ਕਮੀ ਹੋ ਸਕਦੀ, ਪਰ ਮੇਰੇ ਤਾਲਬਾਂ ਨੂੰ ਨਹੀਂ, ਤੇ ਕੀ ਹੁਣ ਮੈਂ ਤੇਰਾ ਤਾਲਬ ਨਹੀਂ ਰਿਹਾ? ਜੋ ਕੁਝ ਸੰਤ ਪਲੂਸ ਦੇ ਨਾਲ ਹੁੰਦਾ, ਜੋ ਕੁਝ ਬੀਤਦਾ, ਜੋ ਕੁਝ ਵਾਪਰਦਾ, ਸੰਤ ਪਲੂਸ ਦੀ ਪਿੱਠ ਦੇ ਉੱਤੇ 39 ਕੋੜੇ ਪਹਿਲੀ ਵਾਰ ਵੱਜ ਰਹੇ, ਜਦੋਂ ਕੀ ਕਹਿੰਦਾ ਹੋਊਗਾ ਸੰਤ ਪਲੂਸ? ਪ੍ਰਭੂ ਤੂੰ ਮੈਨੂੰ ਛੱਡ ਦਿੱਤਾ, ਪ੍ਰਭੂ ਤੈਨੂੰ ਮੇਰੀ ਚਿੰਤਾ ਨਹੀਂ, ਪ੍ਰਭੂ ਤੈਨੂੰ ਮੇਰੀ ਫਿਕਰ ਨਹੀਂ। ਆਹ ਵੇਖ, ਇੱਕ ਪੈ ਗਿਆ, ਦੂਜਾ ਰੋਕ ਦੇ। ਆਹ ਵੇਖਣਾ, ਦੂਜਾ ਵੀ ਮਾਰ ਦਿੱਤਾ, ਤੀਜਾ ਰੋਕ ਦੇ। ਕੀ ਸੰਤ ਪਲੂਸ ਨੇ ਇਹੋ ਜਿਹੀ ਕੋਈ ਪ੍ਰਾਰਥਨਾ ਕੀਤੀ? ਕੀ ਸੰਤ ਪਲੂਸ ਨੇ ਇਹ ਸਮਝਿਆ ਕਿ ਹੁਣ ਮੈਂ ਉਹਦਾ ਤਾਲਬ ਨਹੀਂ ਰਿਹਾ, ਤਾਂ ਕਰਕੇ ਮੇਰੇ ਕੋੜੇ ਪੈ ਰਹੇ ਆ? ਨਾ, ਉਸ ਵਕਤ ਸੰਤ ਪਲੂਸ ਹੋਣਾ ਦੇ ਲਈ ਇਹ ਗਰਵ ਦੀ ਗੱਲ ਆ। ਸੰਤ ਪਲੂਸ ਹੋਣਾ ਦੇ ਲਈ ਇਹ ਇੱਕ ਬਹੁਤ ਮਹਿਮਾ ਦਾ ਕਾਰਨ ਹੋ ਰਿਹਾ। ਸੰਤ ਪਲੂਸ ਹੋਣਾ ਦੇ ਅੰਦਰ ਤੇ ਇਹ ਫੀਲਿੰਗ ਆ ਰਹੀ ਹੈ, ਯਾ ਖੁਦਾ ਤੇਰਾ ਧੰਨਵਾਦ, ਤੇਰਾ ਸ਼ੁਕਰ ਹੋਵੇ, ਤੂੰ ਜਿਹਨੇ ਮੇਰੀ ਖਾਤਰ ਆਪਣੀ ਪਿੱਠ ਕੀਤੀ ਸੀ ਨਾ ਕੋੜਿਆਂ ਦੇ ਅੱਗੇ, ਅੱਜ ਤੂੰ ਮੇਰੇ ਉੱਤੇ ਇਹ ਰਹਿਮ ਕੀਤਾ, ਤੇਰੇ ਉਹਨਾਂ ਕੋੜਿਆਂ ਦੇ ਵਿੱਚ ਮੈਂ ਵੀ ਹਿੱਸੇਦਾਰ ਹੋ ਸਕਾਂ। ਜਿਹੜੇ ਕੋੜੇ ਤੂੰ ਮੇਰੀ ਖਾਤਰ ਖਾਦੇ ਸੀਗੇ, ਐ ਖੁਦਾ ਤੇਰਾ ਧੰਨਵਾਦ, ਤੂੰ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਤੇਰੇ ਨਾਮ ਦੇ ਨਿਮਿਤ ਅੱਜ ਉਹ ਕੋੜੇ ਖਾ ਸਕਾਂ।
ਤੇ ਕੀ ਸੰਤ ਪਲੂਸ ਹੁਣ ਇਹ ਕਵੇ, ਕੋਲੇ ਪੈਂਦੇ ਹੋਣ ਤੇ ਉਹ ਇਹ ਕਵੇ ਕਿ ਪ੍ਰਭੂ ਕੀ ਮੈਂ ਤੇਰਾ ਤਾਲਬ ਨਹੀਂ ਰਿਹਾ? ਕਹਿੰਦਾ ਭੁੱਖਾਂ ਦੇ ਵਿੱਚ, ਫਾਕਿਆਂ ਦੇ ਵਿੱਚ, ਜੋਖਮਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਇਹ ਸਭ ਕੁਝ ਕਹਿੰਦਾ ਮੇਰੇ ਜੀਵਨ ਦੇ ਵਿੱਚੋਂ ਦੀ ਗੁਜ਼ਰਿਆ। ਤੇ ਸੰਤ ਪਲੂਸ ਨੂੰ ਵੀ ਪਤਾ ਨਾ ਕਿ ਵਚਨ ਦੇ ਵਿੱਚ ਲਿਖਿਆ, ਜੰਗਲ ਦੇ ਵਿੱਚ ਸ਼ੇਰ ਦੀ ਸੰਤਾਨ ਨੂੰ ਕਮੀ ਹੋ ਸਕਦੀ, ਪਰ ਉਹਦੇ ਤਾਲਬਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਜਦੋਂ ਸੰਤ ਪਲੂਸ ਭੁੱਖ ਦੇ ਨਾਲ ਲੜ ਰਿਹਾ ਆ ਤੇ ਇਹ ਤਾਲਬ ਨੂੰ ਕਮੀ ਨਹੀਂ ਸੀ। ਤੂੰ ਜਿੱਥੇ ਜਾਵੇਂਗਾ ਮੈਂ ਤੇਰੇ ਨਾਲ ਹੋਵਾਂਗਾ। ਜਦੋਂ ਸੰਤ ਪਲੂਸ ਦੇ ਕੋੜੇ ਪੈ ਰਹੇ ਆ ਤੇ ਕੀ ਉਹ ਹੁਣ ਇਹ ਗਿਲਾ ਕਰੇ ਕਿ ਪ੍ਰਭੂ ਤੂੰ ਮੇਰੇ ਨਾਲ ਨਹੀਂ? ਜਦੋਂ ਜਹਾਜ਼ ਟੁੱਟ ਗਿਆ ਤੇ ਸਮੁੰਦਰ ਦੇ ਵਿੱਚ ਉਹ ਵਿਚਾਰਾ ਇੱਕ ਦਿਨ ਤੇ ਇੱਕ ਰਾਤ ਪਿਆ, ਤੇ ਕੀ ਹੁਣ ਉਹ ਇਹ ਗਿਲਾ ਕਰੇ ਵੀ ਪ੍ਰਭੂ ਤੂੰ ਤੇ ਕਹਿੰਦਾ ਸੀ ਯੁੱਗਾਂ ਦੇ ਅੰਤ ਤੱਕ ਮੈਂ ਤੇਰੇ ਨਾਲ ਆ, ਤੇ ਹੁਣ ਕਿੱਥੇ? ਤੂੰ ਇਹ ਸ਼ਿਪ ਟੁੱਟਣੀ ਗੱਲ ਨਹੀਂ ਦਿੱਤਾ ਜੇ ਤੂੰ ਮੇਰੇ ਨਾਲ ਸੀ। ਪਿਆਰੇ ਅਜੀਜ਼ੋ, ਅਜੇ ਵੀ ਮੌਕਾ ਆ ਅਸੀਂ ਪ੍ਰਭੂ ਦੀ ਇੱਛਾ ਨੂੰ ਸਮਝੀਏ। ਕੀ ਪੜਿਆ ਸੀ? तुम्हारे लिए विनती करते हैं और विनती करने से नहीं चुकते कि तुम सारे आत्मिक ज्ञान और समझ सहित परमेश्वर की इच्छा की पहचान में परिपूर्ण हो जाओ। ਜਿਹੜਾ ਰੌਸ਼ਨੀ ਪਾਇਆ ਹੋਇਆ ਬੰਦਾ, ਜਿਹੜਾ ਰੌਸ਼ਨੀ ਦੇ ਵਿੱਚ ਰਹਿੰਦਾ, ਜੇ ਉਹ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਨਹੀਂ ਹੋਇਆ, ਸਾਡੇ ਲਈ ਸਭ ਤੋਂ ਅਹਿਮ ਨਵਾਂ ਜਨਮ ਪਾਏ ਹੋਏ ਬੰਦੇ ਦੇ ਲਈ ਸਭ ਤੋਂ ਮੇਨ ਸਬਜੈਕਟ, ਸਭ ਤੋਂ ਮੇਨ ਵਿਸ਼ਾ ਇਹ ਹੈ ਕਿ ਉਹਨੇ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਹੋਣਾ। ਜੇ ਉਹ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਹੈ ਤੇ ਕੋਈ ਚੁਣੌਤੀ ਉਹਨੂੰ ਹਰਾ ਨਹੀਂ ਸਕਦੀ, ਕੋਈ ਚੈਲੰਜ ਉਹਨੂੰ ਬੇਦਿਲ ਨਹੀਂ ਕਰ ਸਕਦਾ। ਜਿਹੜਾ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਹੋਇਆ ਪਿਆ ਆ। ਜਿਹੜਾ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਪਰਿਪੂਰਨ ਨਹੀਂ ਆ, ਸਿੱਧੀ ਸਿੱਧੀ ਗੱਲ ਆ ਕਿ ਉਹ ਜਿਹਨੂੰ ਰੌਸ਼ਨੀ ਸਮਝਦਾ ਆ ਉਹਨੂੰ ਚੈੱਕ ਕਰਨਾ ਪੈਣਾ ਕਿਤੇ ਉਹ ਹਨੇਰਾ ਤੇ ਨਹੀਂ। ਕਿਉਂਕਿ ਜਿਹੜਾ ਰੌਸ਼ਨੀ ਦੇ ਵਿੱਚ ਆ ਉਹਨੂੰ ਇਹ ਪਤਾ ਲੱਗ ਗਿਆ ਆ ਮੇਰੇ ਜੀਵਨ ਦਾ ਹਰ ਉਤਾਰ ਚੜਾਓ, ਮੇਰੇ ਨਾਲ ਜੋ ਕੁਛ ਵੀ ਹੋਵੇ ਉਹ ਉਹਦੀ ਇੱਛਾ ਤੋਂ ਬਿਨਾਂ ਹੋ ਨਹੀਂ ਸਕਦਾ। ਅਗਰ ਉਹ ਮੇਰੇ ਲਈ ਮੇਰੀ ਢਾਲ ਆ ਤੇ ਜੇ ਉਹਨੇ ਆਪਣੀ ਢਾਲ ਮੇਰੇ ਮੋਹਰਿਓਂ ਪਰੇ ਕੀਤੀ ਆ ਤੇ ਕਿਸੇ ਤੀਰ ਨੂੰ ਆਉਣ ਦਿੱਤਾ ਮੈਨੂੰ ਜ਼ਖਮੀ ਕਰਨ ਦੇ ਲਈ, ਤੇ ਇਹ ਨਹੀਂ ਕਿ ਪਰਮੇਸ਼ਵਰ ਨੇ ਮੈਨੂੰ ਛੱਡ ਦਿੱਤਾ ਆ। ਹੁਣ ਉਹਦੀ ਇੱਛਾ ਦੇ ਪਹਿਚਾਣ ਦੇ ਵਿੱਚ ਮੈਂ ਪਰਿਪੂਰਨ ਹਾਂ ਕਿ ਨਹੀਂ, ਹੁਣ ਉਸ ਤੀਰ ਦੇ ਜ਼ਖਮ ਨੂੰ ਸਹਿ ਕੇ ਉਹਨੂੰ ਸਿੱਧ ਕਰਨ ਦਾ ਵੇਲਾ ਆ। ਤੇ ਉੱਥੇ ਸਾਡੀ ਹਵਾ ਨਿਕਲ ਜਾਂਦੀ। ਅਸੀਂ ਤਾਂ ਕਹਿੰਦੇ ਪ੍ਰਭੂ ਤੇਰੇ ਵਿੱਚ ਆ ਗਏ ਆ, ਸਾਨੂੰ ਬਸ ਇਸ ਧਰਤੀ ਉੱਤੇ ਤੂੰ ਜਿੰਨੇ ਸਾਹ ਦਿੱਤੇ ਨਾ, ਸਾਡੇ ਕੋਲ ਦੁੱਖ ਤਕਲੀਫ ਆਉਣ ਨਾ ਦੇ, ਗਰੀਬੀ ਲਾਚਾਰੀ ਬਿਮਾਰੀ ਆਉਣ ਨਾ ਦੇ। ਇਸ ਧਰਤੀ ਉੱਤੇ ਵੀ ਅਸੀਂ ਐਨ ਮੌਜਾਂ ਮਾਣ ਕੇ ਰਹੀਏ ਤੇ ਤੇਰਾ ਰਾਜ ਵੀ ਸਾਨੂੰ ਪ੍ਰਾਪਤ ਹੋ ਜਾਵੇ। ਤੇ ਫਿਰ ਚੇਤੇ ਰੱਖਿਓ ਯਕੂਬ 4:4, ਜੇਮਸ ਚੈਪਟਰ 4 ਵਰਸ 4, ਜਿਹੜਾ ਇਸ ਸੰਸਾਰ ਦੇ ਨਾਲ ਦੋਸਤੀ ਕਰਦਾ ਹੈ, ਜਿਹੜਾ ਇਸ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ, ਜਿਹੜਾ ਇਸ ਸੰਸਾਰ ਦੀਆਂ ਚੀਜ਼ਾਂ ਦੇ ਮਗਰ ਤਰੋ ਮੱਛੀ ਹੁੰਦਾ ਹੈ, ਲਿਖਿਆ ਉਹ ਪਰਮੇਸ਼ਵਰ ਦਾ ਦੁਸ਼ਮਣ ਹੈ।
ਔਰ ਪਰਮੇਸ਼ਵਰ ਆਪਣੇ ਦੁਸ਼ਮਣ ਨੂੰ ਕਦੇ ਆਪਣੇ ਰਾਜ ਦੇ ਵਿੱਚ ਦਾਖਲ ਹੋਣ ਦੇਵੇਗਾ ਨਹੀਂ। ਦੁਸ਼ਮਣ ਸੀ ਅਸੀਂ ਅੰਧਕਾਰ ਦੇ ਜਦੋਂ ਪੁੱਤਰ ਸੀ, ਉੱਥੋਂ ਤੇ ਸਾਨੂੰ ਦੁਸ਼ਮਣ ਦੀ ਹਾਲਤ ਦੇ ਵਿੱਚ ਹੀ ਆਪਣੇ ਪਿਆਰੇ ਪੁੱਤਰ ਦੀ ਮਹਿਮਾ ਦੇ ਵਿੱਚ ਬੁਲਾਇਆ ਆ। ਲੇਕਿਨ ਹੁਣ ਅਗਰ ਦੁਸ਼ਮਣੀ ਕਰਾਂਗੇ ਤੇ ਫਿਰ ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਦੇ ਹੇਠ ਰੋਂਦਾਂਗੇ। ਤੇ ਜੇ ਅਸੀਂ ਉਹਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਹੇਠ ਰੋਂਦਾਂਗੇ ਤੇ ਫਿਰ ਪਤਰਸ ਕਹਿੰਦਾ ਇਹੋ ਜਿਹਿਆਂ ਦੇ ਲਈ ਕੋਈ ਮਾਫੀ ਨਹੀਂ। ਸੋ ਰੌਸ਼ਨੀ ਦੇ ਵਿੱਚ ਆ ਕੇ ਸਭ ਕੁਝ ਸਾਫ਼-ਸਾਫ਼ ਦਿਖਾਈ ਦੇਣਾ ਚਾਹੀਦਾ ਆ। ਔਰ ਅਗਰ ਸਭ ਕੁਝ ਸਾਫ਼-ਸਾਫ਼ ਦਿਖਾਈ ਦੇ ਰਿਹਾ ਆ ਤੇ ਸਮਝ ਲਓ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਨ ਦੇ ਵਿੱਚ ਪਰਿਪੂਰਨ ਆ। ਫਿਰ ਅਸੀਂ ਉਹਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਯੋਗ ਹੋ ਸਕਦੇ ਹਾਂ। ਸੋ ਇੱਕ ਨਵਾਂ ਜਨਮ ਪਾਏ ਹੋਏ ਬੰਦੇ ਦਾ ਸਭ ਤੋਂ ਮੇਨ ਨਿਸ਼ਾਨਾ ਇੱਕੋ ਹੀ ਹੋਣਾ ਚਾਹੀਦਾ, ਕੁਛ ਵੀ ਕਰਕੇ, ਕੁਛ ਵੀ ਕੀਮਤ ਦੇ ਕੇ ਮੈਂ ਕਿਸੇ ਤਰ੍ਹਾਂ ਸਿੱਧਤਾ ਨੂੰ ਪ੍ਰਾਪਤ ਕਰਨਾ ਹੈ। ਮੈਂ ਕਿਸੇ ਤਰ੍ਹਾਂ ਵੀ ਪਰਫੈਕਟ ਹੋਣਾ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਛੱਡਣ ਤੋਂ ਪਹਿਲਾਂ। ਅਗਰ ਮੈਂ ਇਸ ਚੀਜ਼ 'ਚ ਕਾਮਯਾਬ ਹੋ ਗਿਆ ਤੇ ਮੈਂ ਮੁਕਤੀ ਪਾ ਕੇ ਇਸ ਸੰਸਾਰ ਤੋਂ ਕੂਚ ਕਰਾਂਗਾ। ਸੋ ਪਿਆਰੇ ਅਜੀਜ਼ੋ, ਰੌਸ਼ਨੀ ਦੇ ਵਿੱਚ ਖੁਦਾ ਲੈ ਆਇਆ, ਇਹ ਉਹਦਾ ਵੱਡਾ ਰਹਿਮ ਹੈ। ਹੁਣ ਉਹ ਚਾਹੁੰਦਾ ਆ ਕਿ ਰੌਸ਼ਨੀ ਹਨੇਰੇ ਤੋਂ ਵੱਖਰੀ ਰਵੇ। ਉਹਦੇ ਵਿੱਚ ਸਾਡਾ ਸਹਿਯੋਗ ਹੋਣਾ ਬੜਾ ਜ਼ਰੂਰੀ ਹੈ। ਤੇ ਆਓ ਅੱਜ ਇਹ ਨਿਰਣੇ ਲਈਏ ਕਿ ਅਸੀਂ ਉਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ। ਅਸੀਂ ਸੰਤ ਪੌਲੁਸ ਦੀ ਤਰ੍ਹਾਂ ਆਪਣੀ ਪਿੱਠ ਦੇ ਉੱਤੇ ਕੋੜੇ ਖਾਣ ਦੇ ਲਈ ਤਿਆਰ ਰਵਾਂਗੇ। ਅਸੀਂ ਸੰਤ ਪੌਲੁਸ ਦੀ ਤਰ੍ਹਾਂ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਵਾਂਗੇ। ਅਸੀਂ ਗਰੀਬੀ 'ਚ, ਲਾਚਾਰੀ 'ਚ, ਬਿਮਾਰੀ 'ਚ, ਭੁੱਖ ਦੇ ਵਿੱਚ ਕਦੇ ਵੀ ਸਰਵ ਸ਼ਕਤੀਮਾਨ ਦੇ ਅੱਗੇ ਗਿੜਗੜਾਵਾਂਗੇ, ਤਰਲਾ ਕਰਾਂਗੇ ਨਹੀਂ। ਰੋਣ ਦਾ ਵਿਸ਼ਾ ਸਾਡੀ ਗਰੀਬੀ, ਸਾਡੀ ਲਾਚਾਰੀ, ਸਾਡੀ ਬਿਮਾਰੀ ਨਹੀਂ ਹੋਣਾ ਚਾਹੀਦਾ। ਰੋਣ ਦਾ ਵਿਸ਼ਾ ਇਹ ਹੋਣਾ ਚਾਹੀਦਾ ਕਿ ਉਹਨੇ ਮੇਰੇ ਖਾਤਰ ਕੀ ਕੀਤਾ ਹੈ ਤੇ ਕਿਉਂ ਕੀਤਾ ਹੈ। ਸਾਡੀ ਅੱਖਾਂ ਦੇ ਵਿੱਚੋਂ ਅਥਰੂ ਜਦੋਂ ਆਵੇ ਤੇ ਉਹਦੇ ਪ੍ਰੇਮ ਨੂੰ ਯਾਦ ਕਰਕੇ ਆਵੇ, ਆਪਣੀ ਬਿਮਾਰੀ, ਆਪਣੀ ਲਾਚਾਰੀ, ਆਪਣੇ ਦੁੱਖ, ਆਪਣੇ ਤਕਲੀਫਾਂ ਨੂੰ ਦੇਖ ਕੇ ਨਹੀਂ। ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ। ਇਸੇ ਤਰ੍ਹਾਂ ਖੁਦਾ ਦੀ ਅਗਰ ਇੱਛਾ ਹੋਈ, ਅਗਰ ਉਹਨੇ ਕੱਲ ਦੀ ਸ਼ਾਮ ਸਾਨੂੰ ਨਸੀਬ ਕੀਤੀ ਤੇ ਇਸੇ ਤਰ੍ਹਾਂ ਨਿਊਯਾਰਕ ਦੇ ਟਾਈਮ ਦੇ ਮੁਤਾਬਕ ਕੱਲ ਸ਼ਾਮ ਅਸੀਂ 9:30 ਵਜੇ ਫਿਰ ਖੁਦਾ ਦੇ ਵਚਨ ਨੂੰ ਸਿੱਖਣ ਦੇ ਲਈ ਇਕੱਠੇ ਹੋਵਾਂਗੇ ਇਸੇ ਮਾਧਿਅਮ ਤੋਂ। ਔਰ ਅਗਰ ਪ੍ਰਭੂ ਦੀ ਆਮਦ ਦੇ ਵਿੱਚ ਦੇਰੀ ਹੈ ਤੇ ਤੁਸੀਂ ਤਿਆਰ ਰਹਿਣਾ ਕਿ ਅਸੀਂ ਕੱਲ ਨੂੰ ਖੁਦਾ ਦਾ ਵਚਨ ਸਿੱਖੀਏ, ਤੇ ਜੇ ਪ੍ਰਭੂ ਆ ਜਾਵੇ ਤੇ ਫਿਰ ਤਿਆਰੀ ਦੇ ਵਿੱਚ ਰਹੋ ਕਿ ਅਸੀਂ ਉਹਦੇ ਨਾਲ ਜਾ ਸਕੀਏ। ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ। ਫਿਰ ਰਿਪੀਟ ਕਰਾਂਗਾ, ਨਿਊਯਾਰਕ ਟਾਈਮ 9:30 ਔਰ ਇੰਡੀਆ ਟਾਈਮ 8 ਵਜੇ ਸੁਬਹ। ਫਿਰ ਰਿਪੀਟ ਕਰਦਾ, 9:30 PM ਨਿਊਯਾਰਕ ਟਾਈਮ ਐਂਡ 8 AM ਇੰਡੀਅਨ ਟਾਈਮ। ਔਰ ਮੈਂ ਕੱਲ ਵੀ ਦੱਸਿਆ ਸੀਗਾ, ਇੱਕ ਦਿਨ ਦਾ ਫਰਕ ਆ ਇੰਡੀਆ ਦੇ ਵਿੱਚ ਤੇ ਇੱਥੇ। ਅਗਰ ਅੱਜ ਸਾਡੇ ਇੱਥੇ 24 ਤਰੀਕ ਦੀ ਸ਼ਾਮ ਆ ਤੇ ਤੁਹਾਡੇ 25 ਤਰੀਕ ਦੀ ਸੁਬਹ ਆ। ਅਗਰ ਅੱਜ ਸਾਡੇ ਇੱਥੇ 24 ਤਰੀਕ ਰਾਤ ਦੇ 10 ਵਜੇ ਆ ਤੇ 10:22 ਹੋਏ ਆ ਤੇ ਤੁਹਾਡੇ 1.5 ਘੰਟਾ ਸੁਬਹ ਦਾ ਹਿਸਾਬ ਦੇ ਨਾਲ ਅਗਲਾ ਦਿਨ ਲਾਓ ਤੇ ਪਿੱਛੇ ਆ। ਸੋ ਸਾਨੂੰ ਤੁਹਾਡੇ 25 ਤਰੀਕ ਲਗਭਗ ਇਸ ਵਕਤ ਮੇਰੇ ਖਿਆਲ ਦੇ ਨਾਲ 9 ਵਜੇ ਜਾਂ 8 ਮਿੰਟ ਘੱਟ ਹੋਣਗੇ ਤੇ ਸਾਡੇ ਇੱਥੇ 10:22 ਸ਼ਾਮ 24 ਤਰੀਕ ਦੇ ਔਰ ਤੁਹਾਡੇ 25 ਤਰੀਕ ਸੁਬਹ ਦੇ ਆ। ਸੋ ਇਹ ਟਾਈਮਿੰਗ ਮਿਲਾ ਲਿਆ ਕਰੋ। ਸੋ ਖੁਦਾ ਇਸੇ ਤਰ੍ਹਾਂ ਤੁਹਾਨੂੰ ਬੜੀ ਆਸ਼ੀਸ਼ ਦਿਓ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾ ਤੁਹਾਡਾ ਧੰਨਵਾਦ ਕਰਦੇ, ਤੁਹਾਡੀ ਦਇਆ, ਤੁਹਾਡੀ ਮੁਹੱਬਤ ਦੇ ਲਈ। ਜਿੰਨੇ ਵੀ ਲੋਕਾਂ ਨੇ ਈਮਾਨ ਦੇ ਨਾਲ ਤੁਹਾਡੇ ਵਚਨ ਨੂੰ ਸੁਣਿਆ, ਇੱਕ ਜ਼ਿੰਦਗੀ ਦੇ ਲਈ ਤੁਹਾਡੇ ਵੱਡੇ ਅਨੁਗ੍ਰਹਿ ਨੂੰ ਮੰਗਦੇ ਖੁਦਾਵੰਦ। ਔਰ ਪਿਆਰੇ ਪ੍ਰਭੂ ਜੀ, ਪ੍ਰਾਰਥਨਾ ਕਰਦਾ ਤੇਰੇ ਦਾਸ ਹੋਣ ਦੇ ਨਾਤੇ ਕਿ ਹਰ ਇੱਕ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਆਪਣੇ ਲੋਕਾਂ ਨੂੰ ਬਲ ਦਿਓ ਖੁਦਾਵੰਦ, ਸਾਮਰਥ ਬਖਸ਼ੋ ਖੁਦਾਵੰਦ। ਔਰ ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਵਾਸਤੇ ਕਿਹਾ, ਇੱਕ ਜ਼ਿੰਦਗੀ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਣਾ ਔਰ ਤੇਰੇ ਰਹਿਮ ਨੂੰ ਮੰਗ ਲੈਣਾ ਖੁਦਾਵੰਦ। ਜਿੰਨੇ ਲੋਕ ਵੀ ਅੱਗੇ ਇਸ ਆਨਲਾਈਨ ਵਚਨ ਨੂੰ ਖੁਦਾਵੰਦ ਸੋਸ਼ਲ ਮੀਡੀਆ ਦੇ ਦੁਆਰਾ ਸੁਣਨ, ਹਰੇਕ ਜ਼ਿੰਦਗੀ ਦੇ ਲਈ ਤੁਹਾਡੀ ਵੱਡੀ ਕਿਰਪਾ ਨੂੰ ਮੰਗ ਲੈਂਦੇ ਖੁਦਾਵੰਦ। ਤੇਰੇ ਲੋਕ ਯੋਧੇ ਬਣਨ, ਹਰੇਕ ਚੁਣੌਤੀ ਉੱਤੇ ਜੈ ਪਾਉਂਦੇ ਹੋਏ ਤੇਰੇ ਰਾਜ ਦੇ ਅਧਿਕਾਰੀ ਹੋਣ ਖੁਦਾਵੰਦ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ ਆਮੀਨ।
खुदा तुहानूं बड़ी आशीष देवे जिन्ने भी लोग जुड़े सीगे। और ये एक अच्छा खुदा ने तुहाडे ते रहम कीता कि तुसीं अपने इस दुनिया के टाइम ਦੇ ਵਿੱਚੋਂ टाइम ਕੱਢ ਕੇ खुदा ਦੇ वचन ਦੇ ਨਾਲ बैठ सको। और खुदावंद खुदा ਦਾ वचन ही दसदा है मरियम ਦੇ ਲਈ खुदा ने ऐलान ਕੀਤਾ ਸੀ। मरियम ने ਉਹ ਹਿੱਸਾ ਚੁਣ ਲਿਆ ਜਿਹੜਾ ਉਹਦੇ ਤੋਂ ਖੋਇਆ ਨਹੀਂ ਜਾਵੇਗਾ। ਸੋ ਜਿਹੜੇ ਲੋਕ ਇਸ ਤਰ੍ਹਾਂ ਵਚਨ ਦੇ ਨਾਲ ਬਹਿੰਦੇ ਆ ਇਹ ਯਾਦ ਰੱਖਣ, ਸਾਡਾ ਧਨ ਦੌਲਤ ਘਰ ਬਾਰ ਸਭ ਕੁਝ ਖੋਇਆ ਜਾ ਸਕਦਾ ਹੈ, ਲੇਕਿਨ ਜੇ ਅਸੀਂ ਖੁਦਾਵੰਦ ਖੁਦਾ ਦੇ ਵਚਨ ਦੇ ਨਾਲ ਬਹਿੰਦੇ ਹਾਂ ਤੇ ਇਹ ਉਹ ਮੁਬਾਰਕ ਹਿੱਸਾ ਹੈ ਜਿਹਨੂੰ ਕਦੇ ਖੋਇਆ ਜਾ ਸਕਦਾ ਨਹੀਂ। ਔਰ ਇਹ ਹਿੱਸਾ ਸਾਡੇ ਲਈ ਉਸ ਅਨੰਤ ਜੀਵਨ ਦਾ ਕਾਰਨ ਹੋਵੇਗਾ। ਖੁਦਾ ਤੁਹਾਡੇ ਨਾਲ ਹੋਵੇ। ਸਾਰਿਆਂ ਨੂੰ ਜੈ ਮਸੀਹ।